ਕੱਲੇ ਕੱਲੇ ਦਾ ਥਾਂ ਹੈਗਾ ਹੈ ਇਹਦੇ ਵਿੱਚ, ਭਾਵੇਂ 5 ਸਾਲ ਦਾ ਬੱਚਾ ਹੋਵੇ, ਭਾਵੇਂ 80 ਸਾਲ ਦੇ ਬਜ਼ੁਰਗ ਹੋਣ, ਭਾਵੇਂ ਤੁਰਨਾ ਹੋਵੇ ਕਿਸੇ ਨੇ, ਭਾਵੇਂ ਵੋਲੰਟੀਅਰ ਕਰਨਾ ਹੋਵੇ ਕਿਸੇ ਨੇ, ਭਾਵੇਂ ਜਿਹੜੇ ਸ਼ਾਮੀ ਦੀਵਾਨ ਲੱਗਣੇ ਆ ਗੁਰੂ ਘਰਾਂ ਦੇ ਵਿੱਚੋਂ ਜਦੋਂ ਉੱਥੇ ਕਾਫਲਾ ਪਹੁੰਚਣਾ, ਲੀਗਲ ਕਲੀਨਿਕ ਲੱਗੂਗੇ, ਹੈਲਥ ਕਲੀਨਿਕ ਲੱਗੂਗੇ ਗੁਰੂ ਘਰਾਂ 'ਚ, ਆਰਟਸ ਐਂਡ ਕ੍ਰਾਫਟਸ ਫॉर ਬੱਚਿਆਂ ਲਈ। ਉਹ ਡੇਟਾ ਵੀ ਅਸੀਂ ਆਲਰੇਡੀ ਸੈੱਟ ਕਰ ਦਿੱਤੀਆਂ, ਆਲਰੇਡੀ ਇਟਸ ਉਹ ਆਲਰੇਡੀ ਹਾਰਡ ਸੈਟ ਡੇਟਸ ਆ। ਠੀਕ ਆ, ਤੇ ਉਹ ਡੇਟਾਂ ਤੇ ਆਪਾਂ ਉੱਥੇ ਹੋਣਾ ਸੋ ਜਿੱਦਾਂ 9 ਅਕਤੂਬਰ ਨੂੰ ਸ਼ੁਰੂ ਹੋਣਾ ਆ ਬੇਕਰਸਫੀਲਡ ਗੁਰਦੁਆਰਾ ਸਾਹਿਬ ਜਿਹੜਾ ਆ, ਭਾਵੇਂ ਮੀਂਹ ਪੈਂਦਾ ਹੋਵੇ, ਭਾਵੇਂ ਹਨੇਰੀ ਵਗਦੀ ਹੋਵੇ, ਇਟ ਡਸਨਟ ਸੋ ਆਪਾਂ ਜਾਣਾ ਹੀ ਆ। we're going to walk through। ਸੋ ਇਹੀ ਤਾਂ ਦਿਖਾਉਣਾ ਵੀ ਨਿਰਭਉ ਆ। ਹਾਂਜੀ ਬਿਲਕੁਲ ਜੀ, ਹਾਂਜੀ ਹਾਂਜੀ। ਹਾਂ, ਬਿਲਬੋਰਡ ਵੀ ਹੁਣ ਕੱਢਣੇ ਆ 99 ਅਲੋਂਗ ਦਾ ਹਾਈਵੇ ਤੇ, ਉਹਦੇ ਵਿੱਚ ਮੈਸੇਜਿੰਗ ਜਿਹੜੀ 1984 ਨਸਲ ਖੁਸ਼ੀ ਹੋਈ ਸੀ ਸਿੱਖ ਕੌਮ ਦੇ ਨਾਲ, ਅਟੈਂਪਟਡ ਨਸਲ ਖੁਸ਼ੀ, ਤੇ ਉਹਦੇ ਵਿੱਚੋਂ ਅਸੀਂ ਨਿਕਲੇ ਕਿੱਦਾਂ ਆ, ਹੱਲੇ ਵੀ ਨਿਰਭਉ ਤੇ ਚੜ੍ਹਦੀ ਕਲਾ ਦੇ ਵਿੱਚ ਖੜੇ ਆ। ਉਹ ਮੈਸੇਜ ਦੁਨੀਆ ਨੂੰ ਦਿਖਾਉਣਾ ਆ ਵੀ ਇੱਕ ਐਗਜ਼ਾਮਪਲ ਆ ਸਾਰਿਆਂ ਲਈ। ਇਲੈਕਟਡ ਅਫੀਸ਼ੀਅਲਸ ਨੂੰ ਇਨਵਾਈਟ ਕਰੂੰਗੇ, ਉਹਨਾਂ ਨੂੰ ਦਿਖਾਉਂਗੇ ਵੀ ਸਿੱਖ ਕੌਣ ਆ, ਕਿੱਦਾਂ ਆ, ਕੀ ਕਰ ਰਹੇ ਆ। ਇਹ ਸਿਰਫ ਫੋਟੋਆਂ ਖਿੱਚਣ ਜੋਗੇ ਨਹੀਂ ਹੈਗੇ ਵੀ ਤੁਸੀਂ ਸਾਡੇ ਨਾਲ ਜਿਹੜਾ ਚੀਜ਼ਾਂ ਸਾਨੂੰ ਚਾਹੀਦੀਆਂ ਆ, ਸਾਡੀਆਂ ਡਿਮਾਂਡਸ ਆ ਜਿਹੜੀਆਂ, ਅਸੀਂ ਤੁਹਾਡੇ ਕੋਲ ਪੁੱਛ ਨਹੀਂ ਰਹੇ, ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਹੈਗਾ। ਤਾਂ ਕਰਕੇ ਵੀ ਉੱਥੇ ਦਸਤਾਰ ਸੇਵਾ ਵੀ ਲੱਗੂਗੀ। ਠੀਕ ਹੈ, ਸਾਰਿਆਂ ਨੇ ਜਿਹਨਾਂ ਨੇ ਤੁਰਨਾ ਆ ਨਾਲ, ਹਨਾ, ਉਹਨਾਂ ਨੂੰ ਦਸਤਾਰ ਜਾਂ ਚੁੰਨੀ ਜਾਂ ਦੁਪੱਟਾ ਆਪਾਂ ਨਾਲ ਹੀ ਉੱਥੇ ਪ੍ਰੋਵਾਈਡ ਵੀ ਕਰੂੰਗੇ। ਠੀਕ ਹੈ, ਤੇ ਵੀ ਇੱਕ ਕਾਈਂਡ ਆਫ ਸਿੱਖੀ ਸਿਧਾਂਤ ਨਾਲ ਵੀ ਜੁੜੀ ਹੈ, ਹਨਾ, ਨਾਲ ਪਾਰੀਆਂ ਦਿੱਤੀਆਂ ਜਾ ਰਹੀਆਂ ਆ, ਸਿੱਖ ਐਕਟਿਵਿਸਟ ਨੂੰ ਧਮਕਾਇਆ ਜਾ ਰਿਹਾ ਆ। ਇਹ ਬਾਹਰ ਨਿਕਲ ਕੇ ਸਾਰੀ ਕਮਿਊਨਿਟੀ ਦਾ ਇਕੱਠਾ ਹੋ ਕੇ ਦਿਖਾਉਣਾ ਉੱਥੋਂ ਦੀ ਸਰਕਾਰ ਨੂੰ ਇਹੀ ਆ ਵੀ ਅਸੀਂ ਡਰਦੇ ਨਹੀਂ। ਆਈ ਥਿੰਕ ਮੋਰ ਇੰਪੋਰਟੈਂਟ ਆ ਆਪਣੇ ਆਪ ਨੂੰ ਦਿਖਾਉਣਾ, ਹਨਾ, ਵੀ ਇੰਟਰਨਲੀ ਮੈਂ ਸਟਰੋਂਗ। ਕਿਉਂਕਿ ਆਪਣੇ ਕਈ ਵਾਰੀ ਹੁੰਦਾ ਆ ਮਨ ਦੇ ਵਿੱਚ ਕਿਤੇ ਵੀ ਕਾਸ਼ ਸਾਡੇ ਨਾਲ ਦੁਬਾਰਾ ਨਾ ਹੋ ਜਾਵੇ ਜੋ ਹੋਇਆ, ਜਾਂ ਕਿ ਇਦਾਂ ਕਈ ਵਾਰੀ ਫੀਲਿੰਗਾਂ ਆਉਂਦੀਆਂ ਆ ਹਨਾ। ਸੋ ਤੇ ਜਿਹੜੇ ਕਈ ਲੋਕ ਇਦਾਂ ਦੇ ਵੀ ਹੈਗੇ ਜਿਹੜੇ ਆਪਣੇ ਕਮਿਊਨਿਟੀ ਵਿੱਚ ਵੀ ਪੁੱਛਦੇ ਵੀ ਤੁਸੀਂ ਇਹ ਕਾਹਤੋਂ ਕਰੀ ਜਾਂਦੇ ਆ, ਵਾਈ ਆਰ ਯੂ ਡੂਇੰਗ ਦਿਸ, ਕੀ ਆਨਸਰ ਆ ਉਹਨਾਂ ਦੇ ਲਈ? ਉਹ ਆਨਸਰ ਜੀ ਉਹ ਵੱਖਰੇ ਵੱਖਰੇ ਬੰਦੇ ਵਾਲੇ ਵੱਖਰੇ ਵੱਖਰੇ ਆਨਸਰ ਹੁੰਦੇ ਆ। ਜਿਹੜੇ ਬੰਦੇ ਤੁਹਾਨੂੰ ਪਤਾ ਹੀ ਆ ਨਾ, ਜਿਹੜੇ ਹਨਾ ਜਿਹਨਾਂ ਕੋਲ ਜਿਗਰਾ ਘੱਟ ਹੁੰਦਾ ਆ, ਉਹਨਾਂ ਨੂੰ ਫਿਰ ਅਸੀਂ ਆਨਸਰ ਦੱਸੀ ਪਏ ਸਾਡਾ ਕੰਮ ਹੈ, ਅਸੀਂ ਕਰਨਾ ਆ। ਦ ਮੋਸਟ ਡੇਂਜਰਸ ਥਿੰਗ ਫॉर ਜਿਹੜੇ ਸਾਡੇ ਐਨਮੀ, ਸਾਡੇ ਜਿਹੜੇ ਦੁਸ਼ਮਣ ਆ, ਕੌਮ ਦੇ ਦੁਸ਼ਮਣ ਆ, ਆਪੇ ਸਾਡੀ ਜਿਹੜੀ ਜੇ ਅਸੀਂ ਇਕੱਠੇ ਹੋ ਜਾਈਏ ਨਾ, ਦੈਟਸ ਦ ਮੋਸਟ ਡੇਂਜਰਸ ਥਿੰਗ ਫॉर them। ਵੀ ਜ਼ਖਮ ਨੂੰ ਸੂਰਜ ਬਣਾ, ਇਹ ਆਈ ਥਿੰਕ ਸਭ ਤੋਂ ਵੱਡੀ ਇੰਸਪੀਰੇਸ਼ਨ ਆਪਣੇ ਸਾਰਿਆਂ ਲਈ ਆ। ਵੀ ਕਈਆਂ ਨੂੰ ਪਹਿਲਾਂ ਪਤਾ ਆ, ਕਈਆਂ ਨੇ ਆਪਣੇ ਐਕਸਪੀਰੀਅੰਸ ਕੀਤਾ ਇਹ, ਵੀ ਵਿਚਾਰੇ ਨਾ ਬਣ ਕੇ ਰਹੋ ਵੀ ਕਈਆਂ ਨੂੰ ਨੌਲੇਜ ਆਈ ਹਾਂ ਵੀ ਅਸੀਂ ਵਿਚਾਰੇ ਆ, ਹਾਏ ਵਿਕਟਮ ਆ, ਇਦਾਂ ਨਹੀਂ। ਜ਼ਖਮ ਹੈਗਾ ਡੂੰਘਾ, ਕਈਆਂ ਲਈ ਜ਼ਖਮ ਹੈਗਾ ਆ ਸੁਣ ਕੇ ਬਈ ਸਾਡੇ ਨਾਲ ਇਦਾਂ ਹੋਇਆ, ਪਰ ਇਹਨੂੰ ਆਪਾਂ ਸੂਰਜ ਕਿੱਦਾਂ ਬਣਾ ਸਕਦੇ ਆ, ਇਹ ਸਾਡੀ ਇੰਸਪੀਰੇਸ਼ਨ ਇਹਦੇ ਵਿੱਚੋਂ ਆਈ ਆ। ਆਓ ਆਪਾਂ ਮਿਲ ਕੇ ਸਾਰੇ ਜਣੇ ਇਸ ਨੂੰ ਇੱਕ ਪੋਜ਼ਿਟਿਵ ਵਧੀਆ ਢੰਗ ਦੇ ਨਾਲ ਨਿਰਭਉ ਤੇ ਨਿਆਂ ਮਾਰਚ ਨੂੰ ਜਿਹੜਾ ਉਹ ਸ਼ੁਰੂਆਤ ਕਰੀਏ, ਤੇ ਫਿਰ ਨੇਪਰੇ ਜਿਹੜਾ ਉਸ ਨੂੰ ਜਿਹੜਾ ਉਹ ਚਾੜੀਏ। ਸੋ ਸਾਰੇ ਸੰਗਤ ਦੇ ਸਹਿਯੋਗ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ, ਆਪਣੀ ਕਮਿਊਨਿਟੀ, ਦੂਜੀ ਕਮਿਊਨਿਟੀ, ਸਾਰਿਆਂ ਦੇ ਲਈ, ਕਿਉਂਕਿ ਬਹੁਤ ਵੱਡਾ ਕਾਰਜ ਆ, ਬਹੁਤ ਵੱਡਾ ਇੱਕ ਕੰਮ ਆ। 350 ਮੀਲ ਤੁਰ ਕੇ ਜਾਣਾ 99 ਦੇ ਉੱਤੇ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਇੱਕ ਬਹੁਤ ਹੀ ਅਹਿਮ ਗੱਲ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਰਹੇ ਹਾਂ। ਪਾਰਸ ਯੂਥ ਸੈਂਟਰ ਫਰੈਜ਼ਨੋ ਦੇ ਵਿੱਚ ਇਸ ਟਾਈਮ ਮੈਂ ਬੈਠਾ ਹਾਂ ਜਕਾਰਾ ਮੂਵਮੈਂਟ ਵਾਲਿਆਂ ਦੀ ਟੀਮ ਦੇ ਨਾਲ। ਇਹਨਾਂ ਦੇ ਦੁਆਰਾ ਰੀਸੈਂਟਲੀ ਇੱਕ ਸੱਦਾ ਦਿੱਤਾ ਗਿਆ ਹੈ ਪੂਰੀ ਕੌਮ ਨੂੰ, ਖਾਸ ਕਰਕੇ ਕੈਲੀਫੋਰਨੀਆ ਵਿੱਚ ਵਸਦੇ ਸਾਰੇ ਹੀ ਸਿੱਖ ਭਾਈਚਾਰੇ ਨੂੰ, ਨਿਰਭਉ ਤੇ ਨਿਆਂ ਮਾਰਚ ਦਾ, ਜਿਸ ਵਿੱਚ 350 ਮੀਲ ਪੈਦਲ ਚੱਲ ਕੇ ਜਾਣਾ ਆ, ਜਿਸ ਦੇ ਵਿੱਚ ਮੇਨ ਮਕਸਦ ਇਹ ਆ ਵੀ ਆਪਣੀ ਕਮਿਊਨਿਟੀ ਸਾਰੀ ਇਕੱਠੀ ਹੋਵੇ, ਆਪਣਾ ਭਾਈਚਾਰਾ ਸਾਰਾ ਇਕੱਠਾ ਹੋਵੇ। 40 ਵਰ੍ਹੇ ਹੋ ਗਏ ਆਪਣਾ ਕਤਲੇਆਮ ਹੋਇਆ ਸੀ। ਜੂਨ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਉੱਥੇ ਹਮਲਾ ਹੋਇਆ। ਨਵੰਬਰ 1984 ਦੇ ਵਿੱਚ ਸਿੱਖ ਕਤਲੇਆਮ ਹੋਏ। ਉਸ 40ਵੇਂ ਸਾਲ ਨੂੰ ਯਾਦ ਕਰਦੇ ਹੋਏ ਕੈਲੀਫੋਰਨੀਆ ਦੀਆਂ ਸੜਕਾਂ ਤੋਂ ਲੰਘਦੇ ਹੋਏ, ਸਾਰਿਆਂ ਨੂੰ ਇਕੱਠੇ ਕਰਦੇ ਹੋਏ ਨਿਰਭਉ ਤੇ ਨਿਆਂ ਮਾਰਚ ਦਾ ਸੱਦਾ ਦਿੱਤਾ ਗਿਆ ਆ। ਜਕਾਰਾ ਮੂਵਮੈਂਟ ਸ਼ੁਰੂ ਤੋਂ ਹੀ ਨੌਜਵਾਨਾਂ ਦੇ ਵਿੱਚ ਸਿੱਖ ਖਿਆਲਾਤ, ਸਿੱਖੀ ਖਿਆਲਾਤ, ਸਿੱਖ ਭਾਵਨਾ ਨੂੰ ਉਜਾਗਰ ਕਰਨ ਦੇ ਵਿੱਚ ਆਪਣੇ ਕਦਮ ਚੱਕਦੇ ਰਹੇ ਆ।
ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ 300 ਮੀਲ ਪੈਂਡੇ ਨੂੰ ਲੈ ਕੇ। ਕਿੱਥੋਂ ਆਇਆ ਇਹ ਖਿਆਲ, ਕੀ ਇਸ ਦੇ ਮੁੱਖ ਉਦੇਸ਼ ਨੇ, ਕੀ ਇਸ ਦੀ ਇੰਪੋਰਟੈਂਸ ਆ, ਉਸ ਬਾਰੇ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਆਖਦੇ ਹਾਂ। ਆਪਣੇ ਨਾਲ ਸਿਮਰਨਜੀਤ ਸਿੰਘ ਤੇ ਮਨਦੀਪ ਸਿੰਘ ਦੋਨੋਂ ਜੁੜ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ 40ਵੇਂ ਸਾਲ ਦੇ ਵਿੱਚ ਆ ਜਦ ਸਿੱਖਾਂ ਦਾ ਸੰਘਾਰ ਹੋਇਆ, ਕਤਲੇਆਮ ਹੋਇਆ। ਇਹ ਹੁਣ ਨਿਰਭਉ ਤੇ ਨਿਆਂ ਮਾਰਚ ਦਾ ਆਈਡੀਆ ਜਾਂ ਇਹ ਕਨਸੈਪਟ ਆ ਉਹ ਕਿੱਦਾਂ? ਜੀ ਇਹ ਭਾਜੀ ਜਿੱਦਾਂ ਤੁਸੀਂ ਗੱਲ ਕੀਤੀ ਵੀ 40 ਸਾਲ ਹੋ ਗਏ ਆ ਤੇ ਇਹ ਬਹੁਤ ਅਹਿਮੀਅਤ ਸਾਲ ਰੱਖਦਾ ਆ, ਕਿਉਂਕਿ ਹੁਣ ਵੀ ਪੰਜਾਬ ਦੇ ਵਿੱਚ ਜੋ ਸਾਡੇ ਨਾਲ ਵਾਪਰ ਰਿਹਾ ਆ ਹੁਣ ਉਹ ਸਿਰਫ ਉੱਥੇ ਹੀ ਨਹੀਂ ਰਹਿ ਗਿਆ। ਹੁਣ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਜਿਹੜੀ ਹੋਈ ਸੀਗੀ ਹੁਣ ਸਾਡੇ ਦਰ ਤੱਕ ਵੀ ਉਹ ਗੱਲ ਪਹੁੰਚ ਗਈ ਆ। ਜਿਹੜੇ ਬਾਹਰ ਬੈਠੇ ਆ ਹੈ ਨਾ, ਪਹਿਲਾਂ ਸੋਚਦੇ ਹੁੰਦੇ ਸੀਗੇ ਵੀ ਪੰਜਾਬ ਦੇ ਵਿੱਚ ਹੀ ਹੋ ਰਿਹਾ ਆ ਜੋ ਧੱਕਾ ਹੋ ਰਿਹਾ ਆ। ਹੁਣ ਆਈ ਥਿੰਕ ਕਲੀਅਰ ਹੋ ਗਈ ਗੱਲ ਵੀ ਜਿੱਥੇ ਮਰਜ਼ੀ ਵੀ ਸਿੱਖ ਬੈਠਾ ਆ ਉਹਦੇ ਉੱਤੇ ਚੜ੍ਹ ਕੇ ਜੜਵਾਣੇ ਨੇ ਆਉਣਾ ਹੀ ਆਉਣਾ। ਸੋ ਇਹਦੇ ਵਿੱਚ ਹੁਣ ਸਾਡੀ ਆਪਣਾ ਕੀ ਬਣਦਾ ਆ ਇਹਦੇ ਵਿੱਚ, ਅਸੀਂ ਵੀ ਸਾਡੀ ਰਿਸਪੌਂਸਿਬਿਲਿਟੀ ਇਹਦੇ ਵਿੱਚ ਕੀ ਆ, ਸਾਨੂੰ ਮੌਕਾ ਕੀ ਮੰਗਦਾ ਸਾਡੇ ਕੋਲੋਂ। ਜਿਹੜੇ ਸਿੱਖ ਆ ਸਪੈਸ਼ਲੀ ਆਪਣੇ ਨੌਜਵਾਨ ਯੂਥ ਲਈ, ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਜਿਹੜੇ ਇਤਿਹਾਸ ਆ, ਆਪਣੇ ਜਿਹੜੇ ਸਬਕ ਸਿੱਖਣ ਵਾਲੇ ਆ, ਜਿੱਦਾਂ ਹੁਣ ਤੁਸੀਂ ਜੂਨ ਦੀ ਗੱਲ ਕੀਤੀ ਸੀਗੀ, ਉਹਦੇ ਵਿੱਚੋਂ ਇੱਕ ਬਲੂਪ੍ਰਿੰਟ ਮਿਲਦਾ ਆ। ਆਪਣੇ ਜਿਹੜੇ ਸ਼ਹੀਦ ਆ ਜਿਹੜੇ ਨਿਕਲੇ ਆ ਉਹ ਟਾਈਮ ਦੇ ਵਿੱਚੋਂ, ਉਹ ਆਈ ਥਿੰਕ ਭਾਈ ਜਸਵੰਤ ਸਿੰਘ ਖਾਲੜਾ ਨੇ ਗੱਲ ਕੀਤੀ ਸੀਗੀ ਬਈ ਗੁਰੂਆਂ ਦੇ ਬਾਅਦ ਵਿੱਚੋਂ ਸਭ ਤੋਂ ਉੱਚੀ ਥਾਂ ਸ਼ਹੀਦਾਂ ਦੇ ਵਿੱਚ ਆ ਸਿੱਖੀ ਦੇ ਵਿੱਚ, ਹੈ ਨਾ। ਸੋ ਉਹਨਾਂ ਚੋਂ ਕੀ ਆਪਾਂ ਸਿੱਖ ਸਕਦੇ ਹਾਂ, ਉਹ ਜਿਹੜਾ ਬਲੂਪ੍ਰਿੰਟ ਸਾਡੇ ਲਈ ਛੱਡ ਕੇ ਗਏ ਆ। ਸੋ ਉਸ ਹਿਸਾਬ ਦੇ ਨਾਲ ਅੱਜ ਦੇ ਸਮੇਂ ਦੀ ਜਿਹੜੀ ਕਾਲ ਆ ਕੌਮ ਨੂੰ, ਉਹਦੇ ਨਾਲ ਹੀ ਸਾਨੂੰ ਇੱਕ ਕਾਈਂਡ ਆਫ ਫੀਲਿੰਗ ਹੋਈ ਬਈ ਇਹ 40 ਈਅਰ ਐਨੀਵਰਸਰੀ ਜਿਹੜੀ ਐਟਲੀਸਟ ਕੈਲੀਫੋਰਨੀਆ ਦੇ ਵਿੱਚ ਤਾਂ ਸਾਨੂੰ ਇੱਕ ਇਕੱਠੇ ਸਾਂਝੇ ਪੱਧਰ 'ਤੇ ਕੁਛ ਪ੍ਰੋਗਰਾਮ ਬਣਾਉਣਾ ਚਾਹੀਦਾ। ਸੋ ਤਾਂ ਇਹ ਗੱਲ ਬਣੀ ਸੀਗੀ ਬਈ ਸੈਂਟਰਲ ਪਲੇਸ ਸਾਡੇ ਲਈ ਗੁਰਦੁਆਰਾ ਆ, ਆਪਣੇ ਸਾਰਿਆਂ ਲਈ। ਜੋ ਵੀ ਨਿਕਲਣਾ ਚੰਗੀ ਚੀਜ਼ ਨਿਕਲਣੀ ਉਹ ਗੁਰਦੁਆਰੇ ਦੇ ਵਿੱਚੋਂ ਹੀ ਨਿਕਲਣੀ ਆ, ਅਤੇ ਸਪੈਸ਼ਲੀ ਸਾਰੀ ਕਮਿਊਨਿਟੀ ਨੂੰ ਗੁਰਦੁਆਰੇ ਨਾਲ ਜੋੜਨ ਲਈ। ਅਤੇ 1984 ਦੀ ਐਜੂਕੇਸ਼ਨ, ਇੰਟਰਨਲ ਐਜੂਕੇਸ਼ਨ ਦੇ ਨਾਲ, ਅਤੇ ਦੁਨੀਆ ਨੂੰ ਵੀ ਦੱਸਣ ਲਈ ਵੀ ਅਸੀਂ ਇੱਥੇ ਹੈਗੇ ਹਾਂ, ਅਸੀਂ ਡਰੇ ਨੇਗੇ, ਨਿਰਭਉ ਨਾਲ ਅਸੀਂ ਬੈਠੇ ਹਾਂ, ਨਿਰਭਉ ਨਾਲ ਅਸੀਂ ਤੁਰੂੰਗੇ ਅਤੇ ਨਿਰਭਉ ਦੇ ਨਾਲ ਅਸੀਂ ਐਗਜ਼ਿਸਟ ਕਰਦੇ ਹਾਂ। ਨਿਆਂ ਦੀ ਗੱਲ ਵਿੱਚ ਆ ਨਾਲ, ਸੋ ਉਹਦਾ ਕੀ ਤੁਸੀਂ ਸੋਚਦੇ ਆ, ਕੀ ਉਸ ਦੇ ਪਿੱਛੇ ਮਕਸਦ ਆ? ਨਿਰਭਉ ਹੋ ਗਿਆ ਵੀ ਅਸੀਂ ਨਹੀਂ ਡਰਦੇ, ਅਸੀਂ ਚੱਲ ਰਹੇ ਹਾਂ, ਅਸੀਂ ਹਰ ਇੱਕ ਦੀ ਗੱਲ ਕਰ ਰਹੇ ਹਾਂ। ਨਿਆਂ ਦਾ ਕੀ ਕਨਸੈਪਟ ਹੈ ਵਿੱਚ? ਨਿਆਂ ਜੀ ਐਗਜ਼ਾਮਪਲ ਮੈਂ ਤੁਹਾਨੂੰ ਬੈਸਟ ਦੇ ਸਕਦਾ ਹਾਂ। ਇਹ ਮਾਰਚ ਅਕਤੂਬਰ 9 ਨੂੰ ਸ਼ੁਰੂ ਹੋਣੀ ਆ, ਰਾਈਟ? ਹਾਂਜੀ। ਸੋ ਅਕਤੂਬਰ 9 ਨੂੰ ਭਾਈ ਸੁੱਖਾ ਤੇ ਭਾਈ ਜਿੰਦੇ ਦੀ ਸ਼ਹੀਦੀ ਦਿਨ ਆ ਉਹ, ਅਤੇ ਉਹ ਐਗਜ਼ਾਮਪਲ ਮੈਂ ਹੋਰ ਕੋਈ ਸੋਚ ਨਹੀਂ ਸਕਦਾ ਜਿਹੜੀ ਨਿਰਭਉ ਤੇ ਨਿਆਂ ਦਾ ਐਗਜ਼ਾਮਪਲ ਆ। ਜਿਨ੍ਹਾਂ ਉਹਨੀ ਵੱਡੀਆਂ ਡਿਸੀਜਨਾਂ ਲਈਆਂ, ਉਹਨਾਂ ਦੇ ਗਰੁੱਪ ਨੇ, ਉਹਨਾਂ ਦੇ ਨਾਲ ਜਿਹੜੇ ਸਿੰਘ ਸਿੰਘਣੀਆਂ ਜੁੜੇ ਸੀਗੇ, ਜਿਹੜੀ ਸੇਵਾ ਉਹਨੀ ਨਿਭਾਈ, ਉਹ ਜਿਹੜੀ ਤੁਸੀਂ ਵੀ ਲਾਈਫ ਦੇ ਵਿੱਚ ਕੋਈ ਫੈਸਲਾ ਲੈਣਾ ਹੋਵੇ, ਤੁਹਾਡੀ ਉੱਠਣੀ ਬਹਿਣੀ ਜਿਹੜੀ ਹੈਗੀ ਆ, ਉਹ ਨਿਆਂ ਦੇ ਨਾਲ ਹੀ ਸਿੱਖੀ ਇਤਿਹਾਸ ਸਾਨੂੰ ਦੱਸਦਾ ਵੀ ਅਸੀਂ ਨਿਆਂ ਦੇ ਨਾਲ ਹੀ ਡਿਸੀਜਨ ਉਹ ਲੈ ਸਕਦੇ ਹਾਂ। ਸੋ ਬੇਸਿਕਲੀ ਜਿਹੜਾ ਸਿੱਖੀ ਦਾ ਕਨਸੈਪਟ ਆ ਵੀ ਆਪਾਂ ਬਾਹਰ ਤੋਂ ਨਹੀਂ, ਨਿਆਂ ਆਪ ਹੀ ਕਰਨਾ, ਆਪ ਹੀ ਲੈਣਾ ਆ। ਅਤੇ ਇੰਟਰਨਲੀ ਆਪਣਾ ਇੱਕ ਦੂਜੇ ਨਾਲ ਕਿਸ ਤਰ੍ਹਾਂ ਐਗਜ਼ਿਸਟ ਕਰਦੇ ਹਾਂ। ਅੱਜ ਆਪਾਂ ਆਲੇ ਦੁਆਲੇ ਦੇਖੀਏ, ਜਿੱਥੇ ਵੀ ਦੇਖੀਏ ਵੀ ਅਸੀਂ ਇੱਕ ਦੂਜੇ ਨਾਲ ਉੱਠਦੇ ਬਹਿੰਦੇ ਹੈਗੇ ਹਾਂ, ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਜਾਂ ਸਾਡੇ ਕੋਲ ਕੋਈ ਮੈਕੈਨਿਜ਼ਮ ਵੀ ਹੈਗਾ ਵੀ ਅਸੀਂ ਇੱਕ ਦੂਜੇ ਨਾਲ ਐਕਚੁਅਲੀ ਉੱਠ ਕੇ ਬਹਿ ਕੇ ਗੱਲ ਵੀ ਕਰ ਸਕਦੇ, ਜਾਂ ਆਪਾਂ ਇੱਕ ਦੂਜੇ ਦੇ ਆਲੇ ਦੁਆਲੇ ਤੇ ਪੈਣ ਨੂੰ ਤਿਆਰ ਹੁੰਦੇ ਹਾਂ, ਹੈ ਨਾ। ਸੋ ਇਹਦੇ ਵਿੱਚੋਂ ਸਿੱਖੀ ਦੇ ਵਿੱਚ ਕੀ ਸਿੱਖ ਸਕਦੇ ਹਾਂ ਅਸੀਂ? ਆਈ ਥਿੰਕ ਨਿਆਂ ਅਤੇ ਨਿਰਭਉ ਇੱਕ ਬਹੁਤ ਵੱਡੀ ਐਗਜ਼ਾਮਪਲ ਆ ਵੀ ਇਹ ਨਹੀਂ ਹੈਗਾ ਸਿਰਫ ਵੀ ਅਸੀਂ ਜਰਬਾਨੇ ਦੇ ਨਾਲ ਹੀ ਲੜਨਾ ਆ, ਪਰ ਆਪਣੇ ਜਿਹੜੇ 5 ਚੋਰ ਆ ਅੰਦਰ, ਅਸੀਂ ਰੋਜ਼ ਜਿਹੜੀ ਚੀਜ਼ ਨਾਲ ਫਾਈਟ ਕਰਦੇ ਹਾਂ, ਉਸ ਦੇ ਨਾਲ ਅਸੀਂ ਕਿਸ ਤਰ੍ਹਾਂ ਨਿਰਭਉ ਤੇ ਨਿਆਂ ਇੰਟਰਨਲੀ ਵੀ ਲਿਆ ਸਕਦੇ ਹਾਂ, ਆਪਣੇ ਇੰਡੀਵਿਜੂਅਲੀ ਤੌਰ 'ਤੇ ਅਤੇ ਆਪਣੀ ਕਮਿਊਨਿਟੀ ਦੇ ਨਾਲ ਤੌਰ 'ਤੇ। ਏਕਤਾ ਕਿਵੇਂ ਕ੍ਰੀਏਟ ਕਰੀਏ? ਵੀ ਆਪਾਂ ਸਾਰਿਆਂ ਨੇ ਮਿਲ ਕੇ ਰਹਿਣਾ। ਬਿਲਕੁਲ ਜੀ। ਛੋਟੇ ਮੋਟੇ ਧੜੇ ਬਹੁਤ ਬਣੇ ਨੇ। ਬਿਲਕੁਲ ਜੀ। ਇਹ ਇਸ ਟਾਈਮ ਦੁਖਾਂਤ ਦੇ ਨਾਲ ਆਪਾਂ ਨੂੰ ਕਹਿਣਾ ਪੈਂਦਾ ਹੈ ਜੀ ਵੀ ਇਹ ਇੱਕ ਪ੍ਰੋਬਲਮ ਆ। ਸੋ ਉਸ ਚੀਜ਼ ਨੂੰ ਤੁਹਾਡੇ ਇਕੱਠਿਆਂ ਕਰਨ ਦਾ ਮਕਸਦ ਆ ਵੀ ਇਹ ਇੰਨੀ ਲੰਬੀ ਵਾਕ ਦੇ ਵਿੱਚ, ਇੰਨੀ ਲੰਬੀ ਯਾਤਰਾ ਦੇ ਵਿੱਚ, ਪੈਦਲ ਯਾਤਰਾ ਦੇ ਵਿੱਚ ਤੁਸੀਂ ਚਾਹੁੰਦੇ ਆ ਵੀ ਸਾਰੇ ਜਾਣੇ ਇਕੱਠੇ ਹੋਣ। ਇਕੱਲੇ ਇਕੱਲੇ ਦਾ ਥਾਂ ਹੈਗਾ ਹੈ ਇਹਦੇ ਵਿੱਚ, ਭਾਵੇਂ 5 ਸਾਲ ਦਾ ਬੱਚਾ ਹੋਵੇ, ਭਾਵੇਂ 80 ਸਾਲ ਦੇ ਬਜ਼ੁਰਗ ਹੋਣ,
ਭਾਵੇਂ ਤੁਰਨਾ ਹੋਵੇ ਕਿਸੇ ਨੇ, ਭਾਵੇਂ ਵੋਲੰਟੀਅਰ ਕਰਨਾ ਹੋਵੇ ਕਿਸੇ ਨੇ, ਭਾਵੇਂ ਜਿਹੜੇ ਸ਼ਾਮੀ ਦੀਵਾਨ ਲੱਗਣੇ ਆ ਗੁਰੂ ਘਰਾਂ ਦੇ ਵਿੱਚੋਂ ਜਦੋਂ ਉੱਥੇ ਕਾਫਲਾ ਪਹੁੰਚਣਾ, ਲੀਗਲ ਕਲੀਨਿਕ ਲੱਗੂਗੇ, ਹੈਲਥ ਕਲੀਨਿਕ ਲੱਗੂਗੇ ਗੁਰੂ ਘਰਾਂ 'ਚ, ਆਰਟਸ ਐਂਡ ਕ੍ਰਾਫਟਸ ਫॉर ਬੱਚਿਆਂ ਲਈ, ਸਾਰਿਆਂ ਲਈ ਥਾਂ ਹੋਣਾ ਹੈ ਇਹਦੇ ਵਿੱਚ ਸ਼ਾਮਲ ਹੋਣ ਲਈ। ਠੀਕ ਹੈ। ਜਿਹੜੇ ਵੀ ਗੁਰਦੁਆਰੇ ਨਾਲ ਅਸੀਂ ਹੁਣ ਜਿੱਦਾਂ ਗੱਲਬਾਤ ਤੁਹਾਡੀ ਕਰ ਚੁੱਕੇ ਹਾਂ, ਆਈ ਥਿੰਕ ਰਿਸਪਾਂਸ ਬਹੁਤ ਵਧੀਆ ਆਇਆ ਆਲਰੇਡੀ। ਠੀਕ ਹੈ। ਸੋ ਹੁਣ ਥੋੜਾ ਜਿਹਾ ਮੈਨੂੰ ਸੁਣਨ ਵਾਲਿਆਂ ਨੂੰ, ਦੱਸਣ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸੋ ਲੌਜਿਸਟਿਕਸ ਕੀ ਆ, ਕਿਹੜੇ ਦਿਨ ਤੋਂ ਤੁਸੀਂ 9 ਅਕਤੂਬਰ ਦਾ ਜ਼ਿਕਰ ਕੀਤਾ, ਕਿੰਨੇ ਦਿਨ ਦੀ ਇਹ ਟੋਟਲ ਪੈਦਲ ਇਹ ਮਾਰਚ ਆ, ਯਾਤਰਾ ਆ, ਕਿੱਦਾਂ ਪੜਾਅ ਨੇ, ਕਿੱਥੋਂ ਸ਼ੁਰੂ ਹੋਣ ਜਾ ਰਿਹਾ ਹੈ? ਜ਼ਰੂਰ ਜੀ, ਟੋਟਲ ਦਿਨ ਹੈਗੇ 24। ਠੀਕ ਹੈ ਜੀ। ਆਈ ਥਿੰਕ ਸਿਮਰਜੀਤ ਸਿੰਘ ਤੁਹਾਨੂੰ ਦੱਸ ਸਕਦੇ ਆ ਵੀ ਆਈਡੀਆ ਹੈਗਾ ਜਿਹੜਾ ਰੂਟ ਆ ਵੀ ਕਿੱਥੇ ਕਿੱਥੇ ਰੁਕਣਾ, ਕਿੱਦਾਂ ਰੁਕਣਾ, ਕਾਹਤੋਂ ਰੁਕਣਾ ਇਹ ਥਾਵਾਂ ਤੇ, ਜੀ ਆਈ ਥਿੰਕ ਥੋੜਾ ਜਿਹਾ ਜੀ ਬੇਸਿਕਲੀ ਆਪਣੇ ਹੁਣ ਇੱਕ ਵੈਬਸਾਈਟ ਕ੍ਰੀਏਟ ਕੀਤਾ, ਜਾ ਸਕਦੇ ਹੋ ਤੁਸੀਂ jakara.org/1984 ਮਾਰਚ। ਇੱਕ ਵਾਰੀ ਹੋਰ ਕਹਿ ਦਿੰਦਾ ਮੈਂ, jakara.org/1984 ਮਾਰਚ। ਉੱਥੇ ਤੇ ਸਾਰੇ ਡਿਟੇਲਸ ਹੈਗੇ ਨੇ, ਪਰ ਉਦਾਂ ਵੀ ਕਈ ਵਾਰੀ ਜਦੋਂ ਹੁਣ ਗੱਲ ਕਰਦੇ ਕਈ ਵਾਰੀ ਕਿਸੇ ਨੂੰ ਚੇਤਾ ਵੀ ਭੁੱਲ ਸਕਦਾ ਹੈ। ਸੋ ਬੇਸਿਕਲੀ ਅਸੀਂ ਚਾਹੁੰਦੇ ਹਾਂ ਵੀ 99 ਤੇ ਜਿੰਨੇ ਵੀ ਆਪਣੇ ਗੁਰਦੁਆਰੇ ਆ, ਮੇਨ ਗੁਰਦੁਆਰੇ, ਅਸੀਂ ਹਰੇਕ ਗੁਰਦੁਆਰੇ ਤੇ ਰੁਕ ਕੇ ਜਾਈਏ, ਰਾਈਟ? ਠੀਕ ਹੈ। ਮਨਦੀਪ ਸਿੰਘ ਕਹਿ ਰਹੇ ਸੀਗੇ 24 ਅਸੀਂ ਸਟਾਪਸ ਕਰਨੇ ਆ, ਪਰ ਉਹ ਹਰੇਕ ਸਟਾਪ ਤੇ ਜਿੱਦਾਂ ਅਸੀਂ ਜਿੱਥੇ ਰੁਕਣਾ ਹੈ ਉੱਥੇ ਗੁਰਦੁਆਰਾ ਸਾਹਿਬ, ਕਈ ਥਾਵਾਂ ਤੇ ਗੁਰਦੁਆਰਾ ਸਾਹਿਬ ਹੈ ਨਹੀਂ, ਫਿਰ ਅਸੀਂ ਉੱਥੇ ਉਹ ਥਾਵਾਂ ਤੇ ਪਾਰਕਾਂ 'ਚ ਰੁਕਣਾ ਹੈ। ਓਕੇ। ਹਾਂਜੀ, ਸੋ ਬੇਸਿਕਲੀ ਅਸੀਂ ਸ਼ੁਰੂ ਕਰਨਾ, ਕੈਂਪਿੰਗ ਹੋ ਜੂਗੀ ਨਾਲ। ਹਾਂ ਹਾਂਜੀ। ਸੋ ਬੇਸਿਕਲੀ ਲਾਈਕ ਸੌਣ ਦਾ ਵੀ ਪ੍ਰਬੰਧ ਆਪਾਂ ਸ਼ੇਅਰ ਕਰੂੰਗੇ ਜਦੋਂ ਡਿਟੇਲਸ ਕਰਾਂਗੇ। ਹਾਂਜੀ, ਫਿਰ ਰਿਹਾਇਸ਼ ਕਿਵੇਂ ਹੋਗੀ, ਆਲ ਦੈਟ ਸਟਫ। ਤੇ ਅਸੀਂ ਬੇਕਰਸਫਿਲ ਤੋਂ ਸ਼ੁਰੂ ਕਰਾਂਗੇ ਜੀ ਆਪਣੇ ਉਹ, ਫਿਰ ਉਸ ਤੋਂ ਬਾਅਦ ਅਸੀਂ ਜਾਣਾ ਇੱਕ ਸ਼ਹਿਰ ਹੈਗਾ ਫਰਮੋਸੋ, ਫਿਰ ਉਸ ਤੋਂ ਬਾਅਦ ਅਸੀਂ ਡਲੇਨੋ ਗੁਰਦੁਆਰੇ ਪਹੁੰਚਣਾ ਜੀ। ਮੈਂ ਜ਼ਿਆਦਾ ਉਹਦਾ ਗੁਰਦੁਆਰੇ ਤੇ ਫੋਕਸ ਕਰਦਾ ਜੀ। ਠੀਕ ਹੈ। ਫਿਰ ਡਲੇਨੋ ਗੁਰਦੁਆਰੇ ਤੋਂ ਲੈ ਕੇ ਫਿਰ ਅਸੀਂ ਜਾਵਾਂਗੇ ਜੀ ਟਲੇਰੀ ਗੁਰਦੁਆਰੇ, ਟਲੇਰੀ ਗੁਰਦੁਆਰੇ ਤੋਂ ਜਾਵਾਂਗੇ ਵਾਈਸੇਲੀਆ ਗੁਰਦੁਆਰੇ, ਉਸ ਤੋਂ ਬਾਅਦ ਜੀ ਜਾਵਾਂਗੇ ਸਲਮਾ ਗੁਰਦੁਆਰਾ, ਸਲਮਾ ਗੁਰਦੁਆਰਾ ਸਾਹਿਬ ਤੋਂ ਅਸੀਂ ਜਾਵਾਂਗੇ ਜੀ ਗੁਰੂ ਨਾਨਕ ਪ੍ਰਕਾਸ਼ ਸਾਹਿਬ ਗੁਰਦੁਆਰਾ ਜੀ, ਫਰੈਜ਼ਨੋ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਸਿੱਖ ਇੰਸਟੀਚਿਊਟ ਸਿੰਘ ਸਾਹਿਬ ਗੁਰਦੁਆਰਾ ਇੱਥੇ ਆਪਣਾ ਫਰੈਜ਼ਨੋ, ਦੈਨ ਮਡੇਰਾ ਗੁਰਦੁਆਰਾ, ਫਿਰ ਉਸ ਤੋਂ ਬਾਅਦ ਅਸੀਂ ਜਾਵਾਂਗੇ ਮਰਸੈਡ ਗੁਰਦੁਆਰਾ, ਫਿਰ ਲਿਵਿੰਗਸਟਨ ਗੁਰਦੁਆਰਾ, ਲਿਵਿੰਗਸਟਨ ਗੁਰਦੁਆਰਾ ਤੋਂ ਬਾਅਦ ਟਰਲਕ ਗੁਰਦੁਆਰਾ, ਟਰਲਕ ਗੁਰਦੁਆਰਾ ਤੋਂ ਬਾਅਦ ਸੀਰੀਜ਼ ਗੁਰਦੁਆਰਾ, ਫਿਰ ਮੈਂਟੀਕਾ ਗੁਰਦੁਆਰਾ ਸਾਹਿਬ, ਮੈਂਟੀਕਾ ਗੁਰਦੁਆਰਾ ਤੋਂ ਸਾਹਿਬ ਸਟਾਕਟਨ ਗੁਰਦੁਆਰਾ ਸਾਹਿਬ, ਸਟਾਕਟਨ ਤੋਂ ਬਾਅਦ ਅਸੀਂ ਜਾਵਾਂਗੇ ਜੀ ਲੋੜਾ ਗੁਰਦੁਆਰਾ ਸਾਹਿਬ ਜੀ, ਉਸ ਤੋਂ ਬਾਅਦ ਫਿਰ ਬ੍ਰੈਡਸ਼ਾ ਗੁਰਦੁਆਰਾ ਐਲਕਰੋਵ ਦੇ ਵਿੱਚ, ਫਿਰ ਐਲਕਰੋਵ ਤੋਂ ਬਾਅਦ ਅਸੀਂ ਵੈਸਟ ਸਾਈਡ ਗੁਰਦੁਆਰਾ ਜਾਵਾਂਗੇ, ਦੈਨ ਆਫਟਰ ਵੈਸਟ ਸਾਈਡ ਗੁਰਦੁਆਰਾ ਦੈਨ ਵੀ ਆਰ ਗੋਇੰਗ ਟੂ ਦ ਕੈਪੀਟਲ in Sacramento, the capital city of California. And ਜਿੱਦਾਂ ਮੈਂ ਕਹਿ ਰਿਹਾ ਸੀਗਾ ਵੀ ਜਿੰਨੇ ਵੀ ਅਸੀਂ ਹੁਣ ਗੁਰਦੁਆਰਿਆਂ ਨਾਲ ਅਸੀਂ ਗੱਲਬਾਤ ਰੈਡੀ ਕਰ ਚੁੱਕੇ ਹਾਂ, ਵੀ ਅਸੀਂ ਤਾਂ ਆਹ ਸਾਡਾ ਮਕਸਦ ਹੈ ਦਾ ਦੀਵਾਨ ਕਰਨੇ ਸ਼ਾਮੀ। ਰਿਸਪੌਂਸ ਹੈਜ਼ ਬੀਨ ਸੋ ਗੁੱਡ, ਸੋ ਅਸੀਂ ਬਹੁਤ ਖੁਸ਼ ਹਾਂ ਵੀ ਗੁਰਦੁਆਰੇ ਸਾਡੇ ਨਾਲ ਜੁੜੇ ਹੋ। ਜੇ ਹੋਰ ਵੀ ਕਈ ਗੁਰਦੁਆਰੇ ਸੀਗੇ ਜਿਹੜੇ ਅਸੀਂ ਚਾਹੁੰਦੇ ਸੀ ਵੀ ਅਸੀਂ ਰੁਕੀਏ ਉੱਥੇ, ਪਰ ਕਈ ਗੁਰਦੁਆਰੇ ਥੋੜੇ ਜਿਹਾ ਫਿਰ ਸਾਡੇ ਰੂਟ ਤੋਂ ਥੋੜੇ ਜਿਹਾ ਜਿੱਦਾਂ ਦੂਰ ਸਾਈਡ ਤੇ, ਸੋ ਪਰ ਉਹ ਜਿਹੜੇ ਗੁਰਦੁਆਰੇ ਸਾਈਡ ਤੇ ਵੀ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਆ ਕੇ ਸਾਡੇ ਨਾਲ ਜੁਆਇਨ ਕਰਿਓ, ਕਿਉਂਕਿ ਜਿੱਦਾਂ ਹੁਣ ਭਾਜੀ ਕਹਿੰਦੇ ਸੀਗੇ ਵੀ ਸਾਰੇ ਗੁਰਦੁਆਰੇ ਜਿੱਦਾਂ ਇਟਸ ਓਕੇ, ਸਾਨੂੰ ਪਤਾ ਵੀ ਜਿਹੜੇ ਸਟੂਡੈਂਟਸ ਵੀ ਆ ਸਕੂਲੇ ਜਾਣਾ ਹੁੰਦਾ, ਉਹਨਾਂ ਨੇ ਪੇਰੈਂਟਸ ਆ ਕੰਮ ਤੇ ਆ, ਰਾਈਟ, ਐਵਰੀਬਾਡੀ ਇਜ਼ ਬਿਜ਼ੀ, ਰਾਈਟ, ਪਰ ਉਹ ਤੁਹਾਡੀ ਫਿਰ ਵੀ ਜ਼ਿੰਮੇਵਾਰੀ ਬਣਦੀ ਆ, ਲਾਈਕ ਜਦੋਂ ਹਨਾ ਕਾਫਲਾ ਤੁਹਾਡੇ ਸ਼ਹਿਰੋਂ ਜਦੋਂ ਲੰਘਣਾ ਆ, ਉਦੋਂ ਫਿਰ ਤੁਸੀਂ ਜ਼ਰੂਰ ਆ ਕੇ ਸਪੋਰਟ ਕਰਿਓ, ਹੌਸਲਾ ਦਿਓ ਜਿਹੜੇ ਵੀ ਮਾਰਚ ਜਿਹੜੇ ਤੁਰ ਰਹੇ ਆ। ਸੋ ਅਸੀਂ ਇਹਨੂੰ ਮੋਮੈਂਟਮ ਕ੍ਰੀਏਟ ਕਰਨਾ ਚਾਹੁੰਦੇ ਹਾਂ। ਜਦੋਂ ਆਪਾਂ ਬੇਕਰਸਫੀਲਡ ਤੋਂ ਸ਼ੁਰੂ ਕਰਨਾ ਹੈ, ਬੇਕਰਸਫੀਲਡ ਤੋਂ ਭਾਵੇਂ ਅਸੀਂ 5, 10, 50 ਜਾਣੇ ਹੋਵੇ ਤੁਰਦੇ, ਵਾਂਸ ਵੀ ਗੈਟ ਟੂ ਦ ਸੈਕਰਾਮੈਂਟੋ ਕੈਪੀਟਲ, ਅਸੀਂ ਚਾਹੁੰਦੇ ਵੀ 1000 ਜਾਣੇ ਤੋਂ ਜ਼ਿਆਦਾ ਜਿਹਦੇ ਨਾਲ ਹੋਣ ਸਾਡੇ। ਸੋ ਐਜ਼ ਵੀ ਗੋ ਅਲੋਂਗ we want people to keep joining as much as they can, right? ਨਾਲੇ ਫਿਰ ਵੀ ਚਾਹੇ ਉਹ ਤੁਸੀਂ ਉਹ ਆਪਣੀ ਲੈਗ ਦੇ ਲਈ ਜੁੜੋ, ਚਾਹੇ ਪੂਰੇ ਦੇ ਲਈ ਲਓ, ਜਿੱਦਾਂ ਵੀ ਜਿਹੜਾ ਤੁਸੀਂ ਕਰਨਾ ਹੈ। ਹਾਂਜੀ, ਜਿੰਨਾ ਤੁਸੀਂ ਕਰ ਸਕਦੇ ਆ, ਰਾਈਟ। ਤੇ ਸਾਈਨ ਅਪ ਕਿਸੇ ਨੇ ਕਰਨਾ ਹੋਵੇ, ਸਾਈਨ ਅਪ ਜੇ ਕਿਸੇ ਨੇ ਕਰਨਾ ਹੋਵੇ, ਸਾਡਾ ਵੈਬਸਾਈਟ ਹੈ ਨਾ, ਮੈਂ ਇੱਕ ਵਾਰੀ ਹੋਰ ਕਹਿ ਦਿੰਦਾ, jakara.org/1984 ਮਾਰਚ। ਐਂਡ ਉਦਾਂ ਵੀ ਹੁਣ ਅਸੀਂ ਆਪਣੀ ਡੀਟੇਲ ਵੀ ਆਪਾਂ ਸ਼ੇਅਰ ਕਰਾਂਗੇ ਐਂਡ ਵਿੱਚ, ਸਾਡੇ ਫੋਨ ਨੰਬਰਸ ਐਂਡ ਈਮੇਲਸ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਜੇ ਕੋਈ ਸਵਾਲ ਵੀ ਹੋਵੇ, ਆਸਕ ਅਸ, ਅਸੀਂ ਤੁਹਾਡੇ ਲਈ ਤੁਹਾਨੂੰ ਅਸੀਂ ਸਾਈਨ ਅਪ ਕਰ ਸਕਦੇ ਹਾਂ। ਸੋ ਬੇਸਿਕਲੀ ਲਾਈਕ ਆਪਣੇ ਜਿਹੜੇ ਹੁਣ ਗੁਰਦੁਆਰੇ ਸਾਹਿਬ ਹੁਣ ਜਿੱਥੇ ਵੀ ਅਸੀਂ ਰੁਕਣਾ ਵੀ, ਜਿਹੜੀ ਹੁਣ ਜਿੱਦਾਂ ਹੁਣ ਫੋਰ ਐਗਜ਼ਾਮਪਲ ਲੈ ਲਓ ਆਪਾਂ, ਜਿੱਦਾਂ ਮਡੇਰਾ ਸਾਹਿਬ ਗੁਰਦੁਆਰਾ ਰੁਕਣਾ ਹੈ, ਮਡੇਰਾ ਗੁਰਦੁਆਰਾ ਸਾਹਿਬ ਰੁਕਣਾ ਹੈ, ਉਹਦੇ ਲਈ ਜਿਹੜੀ ਸੰਗਤ ਆ, ਹੁਣ ਜਿਹੜੀ ਉਹ ਕਮੇਟੀ ਆ, ਉਹਦੇ ਨਾਲ ਅਸੀਂ ਗੱਲ ਰੈਡੀ ਕਰ ਲਈ ਉਹਨਾਂ ਦੇ ਨਾਲ ਵੀ ਸਾਰੀ ਉਹ ਸ਼ਾਮ ਦਾ ਜਿਹੜਾ ਪ੍ਰੋਗਰਾਮ ਹੋਣਾ ਆ, ਵੀ ਉਹ ਪ੍ਰੋਗਰਾਮ ਕਿਵੇਂ ਅਸੀਂ ਚਲਾਉਣਾ, ਰਾਈਟ। ਐਂਡ ਪ੍ਰੋਗਰਾਮ ਦੀ ਵੀ ਆਪਾਂ ਡਿਟੇਲ ਦੇਵਾਂਗੇ, ਪਰ ਉਹ ਗੁਰਦੁਆਰਾ ਸਾਹਿਬ ਉਹਨਾਂ ਨੇ ਸਾਡੇ ਨਾਲ ਜਿੱਦਾਂ ਆਲਰੇਡੀ ਸਾਰੀ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ। ਸੋ ਸੌਰੀ ਮੈਂ ਵਿੱਚ ਕੱਟ ਰਿਹਾ,
ਤੁਸੀਂ ਦੱਸ ਸਕਦੇ ਵੀ ਇਹ ਜਿੱਦਾਂ ਹੁਣ ਤੁਸੀਂ ਇਹ ਜਿੰਨੇ ਵੀ ਦੱਸੇ ਗੁਰਦੁਆਰਾ ਸਾਹਿਬ ਜਾਂ ਜਿੱਥੇ ਜਿੱਥੇ ਰੁਕਣਾ ਆ, ਇਹ ਸਰਟਨ ਆ ਵੀ ਉਸੇ ਦੇਣੀ ਆ, ਜਾਂ ਵਿੱਚ ਕੋਈ ਤੁਸੀਂ ਲੀਵੇ ਲੈ ਕੇ ਰੱਖਿਆ ਵੀ ਉੱਤੇ ਥੱਲੇ ਵੀ ਥੋੜਾ ਬਹੁਤਾ ਹੋ ਸਕਦਾ ਹੈ? ਸੋ ਜਿਹੜੇ ਹੁਣ ਅਸੀਂ ਹੁਣ ਡੇਟਾ ਨਹੀਂ ਮੈਂ ਦੱਸੀਆਂ ਸੀਗੇ ਤੁਹਾਨੂੰ, ਡੇਟਾ ਵੀ ਅਸੀਂ ਆਲਰੇਡੀ ਸੈੱਟ ਕਰ ਦਿੱਤੀਆਂ ਆਲਰੇਡੀ, ਇਟਸ ਉਹ ਆਲਰੇਡੀ ਹਾਰਡ ਸੈਟ ਡੇਟਸ ਆ, ਠੀਕ ਆ। ਤੇ ਉਹ ਡੇਟਾ ਤੇ ਆਪਾਂ ਉੱਥੇ ਹੋਣਾ ਸੋ ਵੀ ਜਿੱਦਾਂ 9 ਅਕਤੂਬਰ ਨੂੰ ਸ਼ੁਰੂ ਹੋਣਾ ਆ ਬੇਕਰਸਫੀਲਡ ਗੁਰਦੁਆਰਾ ਸਾਹਿਬ ਜਿਹੜਾ ਆ, ਭਾਵੇਂ ਮੀਂਹ ਪੈਂਦਾ ਹੋਵੇ ਭਾਵੇਂ ਹਨੇਰੀ ਵਗਦੀ ਹੋਵੇ, ਇਟ ਡਸਨਟ ਸੋ ਆਪਾਂ ਜਾਣਾ ਹੀ ਆ। we're going to walk through। ਸੋ ਇਹੀ ਤਾਂ ਦਿਖਾਉਣਾ ਵੀ ਨਿਰਭਉ ਆ। ਹਾਂਜੀ ਬਿਲਕੁਲ ਜੀ, ਹਾਂਜੀ। ਤੇ ਜਦੋਂ ਅਸੀਂ ਪਰ ਜਦੋਂ ਹਨਾ ਅਸੀਂ ਜਿੱਦਾਂ ਹੁਣ ਕਹ ਲਓ ਜਿੱਦਾਂ ਮੈਂ ਐਗਜ਼ਾਮਪਲ ਮਡੇਰੇ ਗੁਰਦੁਆਰੇ ਦਾ ਲੈਣਾ ਆ, ਸੋ ਲਾਈਕ ਜਦੋਂ ਅਸੀਂ ਮਡੇਰੇ ਗੁਰਦੁਆਰੇ ਰੁਕਣਾ ਆ, ਅਸੀਂ ਜਿੱਦਾਂ ਜਿਹੜੀ ਸੰਗਤ ਹੋਊਗੀ ਜਿਨ੍ਹਾਂ ਨੇ ਆਉਣਾ ਹੈ ਰਾਈਟ ਪ੍ਰੋਗਰਾਮ ਲਈ ਸ਼ਾਮੀ, ਉਹ ਜਦੋਂ ਉਹਨਾਂ ਨੇ ਪਹੁੰਚਣਾ ਟਾਈਮ ਨਾਲ, ਜਦੋਂ ਰਹਿਰਾ ਸਾਹਿਬ ਦਾ ਪਾਠ ਹੈ ਰਾਈਟ, ਸੋ ਦੇ ਗੋਣਾ ਬੀ देयर ਲਾਈਕ 5:30 ਰੈਡੀ ਹਨਾ। ਸੰਗਤ ਸ਼ਾਇਦ ਉਹ ਜਿਹੜੀ ਤੁਰ ਰਹੀ ਆ, ਜਿਹੜਾ ਕਾਫਲਾ ਤੁਰ ਰਿਹਾ, ਉਹ ਸ਼ਾਇਦ 4:30 ਵਜੇ ਵੀ ਆ ਸਕਦੇ ਆ, ਪਹਿਲੋਂ ਵੀ ਆ ਸਕਦੇ, 5:30 ਵਜੇ ਵੀ ਆ ਸਕਦੇ, ਉਹ 6:30 ਵਜੇ ਵੀ ਆ ਸਕਦੇ ਆ। ਦੈਟ ਉਹ ਥੋੜਾ ਜਿਹਾ ਤਾਂ ਹੋਣਾ, ਟਾਈਮਿੰਗ ਥੋੜਾ ਬਹੁਤ, ਪਰ ਦਿਨ ਪੱਕੇ ਆ, ਦਿਨ ਪੱਕੇ ਆ ਜੀ। ਹਾਂਜੀ ਸੋ ਲਾਈਕ ਬਾਕੀ ਜੇ ਤੁਸੀਂ ਜੁਆਇਨ ਨਹੀਂ ਕਰ ਸਕਦੇ ਆ, ਅਸੀਂ ਤਾਂ ਚਾਹੁੰਦੇ ਵੀ ਸਾਰੇ ਜਣੇ ਜੁਆਇਨ ਕਰੇ ਰਾਈਟ। ਵੀਕਐਂਡ ਤੇ ਤੁਸੀਂ ਤੁਰ ਸਕਦੇ, ਸਾਰੇ ਜਣੇ ਘੱਟ ਤੋਂ ਘੱਟ ਕੋਈ ਨਾ ਕੋਈ ਲਾਈਕ 2-3 ਲੈਗ ਤਾਂ ਕਰ ਹੀ ਸਕਦੇ ਆ। ਸੋ ਬਟ ਇਫ ਯੂ ਸਟਿਲ ਕੈਨਟ ਜੁਆਇਨ, ਐਟ ਲੀਸਟ ਆਪਣੇ ਜਿਹੜੇ ਸ਼ਹਿਰ 'ਚ ਜਿਹੜੇ ਹੋਣੇ ਆ ਲਾਈਕ ਪ੍ਰੋਗਰਾਮ, ਉਸ ਪ੍ਰੋਗਰਾਮ 'ਚ ਜ਼ਰੂਰ ਸ਼ਾਮਲ ਹੋਣ। ਸ਼ਾਮ ਵਾਲੇ ਪ੍ਰੋਗਰਾਮ 'ਚ ਐਟਲੀਸਟ ਜਿਹੜਾ ਉਹ ਸ਼ਾਮਲ ਹੋਵੋ। ਕੋਈ 1 ਮੀਲ ਵਾਕ ਕਰ ਸਕਦਾ, ਕੋਈ 2 ਕਰ ਸਕਦਾ, ਕੋਈ ਜਿੰਨੇ ਵੀ ਕਰ ਸਕਦਾ ਜ਼ਰੂਰ ਕਰੋ। ਇੱਕ ਚੀਜ਼ ਇਹਦੇ ਵਿੱਚ ਆਪਾਂ ਕਰ ਦੂੰਗੇ, ਕਿਉਂਕਿ ਸਾਰਿਆਂ ਤੋਂ ਉਹ ਰੋਜ਼ ਦਾ 14-15 ਮੀਲ 16 ਮੀਲ ਤਾਂ ਨਹੀਂ ਤੁਰ ਹੋਣਾ ਹਨਾ। ਸੋ ਆਪਾਂ ਕੋਲ ਲਾਈਵ ਟਰੈਕਰ ਹੋਊਗਾ, ਜਿੱਦਾਂ WhatsApp ਗਰੁੱਪ ਜਾਂ ਸਿਗਨਲ ਗਰੁੱਪ ਬਣਾ ਲੂੰਗੇ। ਸੋ ਜਿਹੜੇ ਤੋਂ ਪੂਰੀ ਉਹ ਲੈਗ ਨਹੀਂ ਤੁਰ ਹੁੰਦੀ, ਉਹ ਆਖਰੀ ਮੀਲ ਤੁਰ ਸਕਦੇ ਆ। ਸੋ ਰਾਊਟ ਆਲਰੇਡੀ ਪਤਾ ਹੋਣਾ ਆ, ਆਪਾਂ 1-2 ਸੇਵਾਦਾਰ ਉੱਥੇ ਖੜੇ ਕਰ ਦੂੰਗੇ ਉਹ ਰਾਊਟ ਦੇ ਨਾਲ 1 ਮੀਲ ਗੁਰਦੁਆਰੇ ਤੋਂ। ਸੋ ਜਿਹੜਾ ਫਾਈਨਲ ਮੀਲ ਆ ਗੁਰਦੁਆਰੇ ਤੱਕ, ਉਹ ਸੰਗਤ ਨਾਲ ਤੁਰ ਸਕਦੇ ਆ। ਸੋ ਇਹਦੇ ਵਿੱਚ ਮਨਦੀਪ ਸਿੰਘ ਵੀ ਜਿਹੜਾ ਹੁਣ ਆਪਾਂ ਇਹ ਮਾਰਚ ਤੁਸੀਂ ਕਹਿੰਦੇ ਵੀ ਇਹ ਕਰਨਾ ਆ, ਇਹਦੇ ਨਾਲ ਇਹ ਦੁਨੀਆ ਨੂੰ ਵੀ ਦੱਸਣਾ ਹੈ ਜੀ ਜੀ, ਇੱਥੇ ਦੇ ਲੋਕਾਂ ਨੂੰ ਵੀ ਜਿਹੜਾ ਉਹ ਦੱਸਣਾ ਆ, ਇਹ ਵੀ ਇੱਕ ਪਿੱਛੇ ਇਸ ਦੀ ਆ। ਬਿਲਕੁਲ ਜੀ ਬਿਲਕੁਲ। ਸੋ ਇਹ ਆਪਾਂ ਬਿਲਬੋਰਡ ਵੀ ਹੁਣ ਕੱਢਣੇ ਆ 99 ਅਲੋਂਗ ਦਾ ਹਾਈਵੇ ਤੇ। ਉਹਦੇ ਵਿੱਚ ਮੈਸੇਜਿੰਗ ਜਿਹੜੀ 1984 ਨਸਲ ਖੁਸ਼ੀ ਹੋਈ ਸੀ ਸਿੱਖ ਕੌਮ ਦੇ ਨਾਲ, ਅਟੈਂਪਟਡ ਨਸਲ ਖੁਸ਼ੀ, ਤੇ ਉਹਦੇ ਵਿੱਚੋਂ ਅਸੀਂ ਨਿਕਲੇ ਕਿੱਦਾਂ ਆ, ਹੱਲੇ ਵੀ ਨਿਰਭਉ ਤੇ ਚੜ੍ਹਦੀ ਕਲਾ ਦੇ ਵਿੱਚ ਖੜੇ ਆ। ਉਹ ਮੈਸੇਜ ਦੁਨੀਆ ਨੂੰ ਦਿਖਾਉਣਾ ਆ ਵੀ ਇੱਕ ਐਗਜ਼ਾਮਪਲ ਆ ਸਾਰਿਆਂ ਲਈ ਵੀ ਅੱਜ ਕੱਲ ਵੀ ਜੋ ਹੋ ਰਿਹਾ ਆ ਦੁਨੀਆ ਦੇ ਵਿੱਚ, ਤੁਸੀਂ ਦੇਖ ਲਓ ਗਾਜ਼ਾ ਦੇ ਵਿੱਚ ਲੋਕਾਂ ਨੇ ਜਿੱਦਾਂ ਹੋ ਰਿਹਾ ਆ, ਵੀ ਉਹ ਵੀ ਇੱਕ ਨਿਰਭਉ ਦੇ ਨਾਲ ਹੀ ਮਤਲਬ ਖੜੇ ਆ, ਉਹ ਡਰੇ ਨੇਗੇ ਹਨਾ। ਕਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਹੋ ਸਕਦੇ, ਹੋਰ ਚੀਜ਼ਾਂ ਇਦਾਂ ਹੋ ਸਕਦੀਆਂ, ਹੋ ਸਕਦਾ ਟਾਈਮ ਅਸੀਂ ਜਦੋਂ ਜੰਗਲਾਂ 'ਚ ਰਹਿਣਾ ਪਿਆ ਫਿਰ ਦੁਬਾਰਾ ਹੋ ਸਕਦਾ ਆ। ਪਰ ਅਸੀਂ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਬਈ ਜਿਹੜੇ ਸਾਡੇ ਸ਼ਹੀਦ ਨਿਕਲੇ ਆ ਇਹ ਚੀਜ਼ਾਂ ਦੇ ਵਿੱਚੋਂ ਰਾਈਟ, ਉਹਨੀ ਗੁਰੂ ਨਾਲ ਜੁੜੇ ਆ, ਉਹਨੀ ਆਪਣੀ ਫਾਈਨਲ ਕੁਰਬਾਨੀ ਕਰ ਦਿੱਤੀ ਆ, ਉਹਨਾਂ ਦੇ ਵਿੱਚੋਂ ਲੈਸਨ ਅਸੀਂ ਕਿੱਦਾਂ ਕੱਢ ਸਕਦੇ ਹਾਂ, ਇਹ ਲੈਸਨ ਦੁਨੀਆ ਲਈ ਆਪਾਂ ਸ਼ਾਮਲ ਕਰਨੇ ਆ। ਤੇ 2 ਚੀਜ਼ਾਂ ਹੈਗੀਆਂ ਐਕਸਟਰਨਲ ਐਜੂਕੇਸ਼ਨ ਲਈ। ਇੱਕ ਤਾਂ ਆਪਾਂ ਇੰਟਰਨਲ ਐਜੂਕੇਸ਼ਨ ਦੀ ਗੱਲ ਕੀਤੀ ਸੀਗੀ ਵੀ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ 84 ਬਾਰੇ ਦੱਸੂਗੇ, ਆਪਣੇ ਇੱਕ ਦੂਜੇ ਦੀਆਂ ਕਹਾਣੀਆਂ ਵੀ, ਸਟੋਰੀਆਂ ਵੀ ਜਿਹੜੀਆਂ ਹੈਗੀਆਂ ਉਹ ਕਲੈਕਟ ਕਰੂੰਗੇ ਹਨਾ, ਵੀ ਕੀ ਸਾਡੇ ਨਾਲ ਵਾਪਰਿਆ, ਜਿਹੜੇ ਬਜ਼ੁਰਗ ਹੋ ਗਏ ਕਈਆਂ। ਹੁਣ ਪਿਛਲੇ ਹਫ਼ਤੇ ਮੈਂ ਬਰੈਡ ਸ਼ਾਹ ਗੁਰਦੁਆਰੇ ਟੇਬਲ ਕਰਦਾ ਸੀ, ਉੱਥੇ ਇੱਕ ਬਜ਼ੁਰਗ ਮਿਲਿਆ, ਉਹ ਭਾਈ ਸਾਹਿਬ ਗ੍ਰੰਥੀ ਸੀਗੇ ਦਿੱਲੀ, ਠੀਕ ਹੈ ਜੀ, ਉਸ ਟਾਈਮ ਤੇ। ਉਹਨੇ ਮੈਨੂੰ ਅੱਧੇ ਘੰਟੇ ਨਾਲ ਮੈਂ ਗੱਲ ਕੀਤੀ ਹੋਣੀ ਵੀ ਕੀ ਉਹਨਾਂ ਨਾਲ ਵਾਪਰਿਆ ਸੀ, ਉਹ 2-3 ਦਿਨ ਜਿਹੜੇ ਕਿੱਦਾਂ ਆਉਣੀ ਕੱਢੇ ਵੀ ਉੱਥੇ ਜਦੋਂ ਕਤਲੇਆਮ ਹੋ ਰਿਹਾ ਸੀ, ਲੋਕ ਹੋ ਰਹੇ ਸੀਗੇ ਹਨਾ। ਤੇ ਉਹ ਇੰਨਾ ਕੁਛ ਉਹਨੇ ਮੈਨੂੰ ਦੱਸਿਆ, ਮੈਨੂੰ ਲੱਗਦਾ ਪਿਛਲੇ 40 ਸਾਲਾਂ 'ਚ ਉਹਨਾਂ ਨੂੰ ਕੋਈ ਟਾਈਮ ਨਹੀਂ ਲੱਭਿਆ ਜਾਂ ਮੌਕਾ ਨਹੀਂ ਲੱਭਿਆ ਕਿਸੇ ਨਾਲ ਗੱਲ ਕਰਨ ਦਾ। ਸੋ ਇਹ ਵੀ ਇੱਕ ਇੰਟਰਨਲ ਐਜੂਕੇਸ਼ਨ ਦਾ ਪੋਰਸ਼ਨ ਆ। ਜਿਹੜੀ ਹੁਣ ਗੱਲ ਕੀਤੀ ਤੁਸੀਂ ਐਕਸਟਰਨਲ ਐਜੂਕੇਸ਼ਨ ਹੈ ਜਿਹੜੀ, ਉਹਦੇ 2 ਹਿੱਸੇ ਹੈਗੇ ਆ। ਇੱਕ ਤਾਂ ਹੈਗਾ ਆ ਜੀ ਕੈਲੀਫੋਰਨੀਆ ਨੇ ਉਹ ਰੈਜ਼ੋਲੂਸ਼ਨ, ਜੈਨੋਸਾਈਡ ਰੈਜ਼ੋਲੂਸ਼ਨ ਪਿਛਲੇ ਸਾਲ ਕੀਤਾ ਸੀ ਪਾਸ ਹਨਾ, ਪਰ ਫੈਡਰਲ ਲੈਵਲ ਤੇ ਉਹ ਹਲੇ ਪਾਸ ਨਹੀਂ ਹੋਇਆ। ਸੋ ਇੱਕ ਉਹ ਮੁੱਦਾ ਚੁੱਕਣਾ ਆ, ਆਪਾਂ ਇਲੈਕਟਿਡ ਅਫੀਸ਼ੀਅਲਸ ਨੂੰ ਇਨਵਾਈਟ ਕਰੂੰਗੇ, ਉਹਨਾਂ ਨੂੰ ਦਿਖਾਉਂਗੇ ਵੀ ਸਿੱਖ ਕੌਣ ਆ, ਕਿੱਦਾਂ ਆ, ਕੀ ਕਰ ਰਹੇ ਆ। ਇਹ ਸਿਰਫ ਫੋਟੋਆਂ ਖਿੱਚਣ ਜੋਗੇ ਨਹੀਂ ਹੈਗੇ, ਵੀ ਤੁਸੀਂ ਸਾਡੇ ਨਾਲ ਜਿਹੜਾ ਚੀਜ਼ਾਂ ਸਾਨੂੰ ਚਾਹੀਦੀਆਂ ਆ, ਸਾਡੀਆਂ ਡਿਮਾਂਡਸ ਆ ਜਿਹੜੀਆਂ, ਅਸੀਂ ਤੁਹਾਡੇ ਕੋਲ ਪੁੱਛ ਨਹੀਂ ਰਹੇ, ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਇਹ ਸਾਡੀ ਡਿਮਾਂਡ, ਜਿਹੜੇ ਮੁੱਦੇ ਆ। ਹਾਂਜੀ, ਸੋ ਇਹ ਕਾਰਨ ਕੀ ਆ, ਇਹ ਵੀ ਜ਼ਰੂਰ ਦੱਸਿਓ ਵੀ ਜਿਹੜੀ ਕੈਪੀਟਲ ਦੇ ਉੱਤੇ ਜਾ ਕੇ ਹੀ ਕਿਉਂ ਇਸ ਨੂੰ ਸਮਾਪਤ ਕਰਨਾ ਹੈ। ਸੋ ਕੈਪੀਟਲ ਤਾਂ ਹੁੰਦਾ ਹੈ ਜੀ, ਇੱਕ ਤਾਂ ਹੈਗਾ ਜਦੋਂ ਵੀ ਕੈਪੀਟਲ ਤੇ ਕੋਈ ਇਵੈਂਟ ਹੁੰਦਾ ਹੈ ਇਸ ਤਰ੍ਹਾਂ ਨਾ, ਉਹਦਾ ਰੈਕੋਰਡ ਬਣਦਾ, ਇਸ ਤਰ੍ਹਾਂ ਇਤਿਹਾਸਿਕ ਰੈਕੋਰਡ ਕੈਲੀਫੋਰਨੀਆ ਰਿਕਾਰਡ ਦੇ ਵਿੱਚ। ਦੂਜਾ ਹੈਗਾ ਆ ਸਾਰੇ ਜਿਹੜੇ ਇਲੈਕਟਿਡ ਅਫੀਸ਼ੀਅਲ ਇੱਥੇ ਕੈਲੀਫੋਰਨੀਆ ਦੀ ਚੱਲਦੀ ਆ, ਉਹ ਉੱਥੇ ਆਫਿਸ ਆ ਉਹਨਾਂ ਦੇ ਹਨਾ। ਸੋ ਉਹਨਾਂ ਦੇ ਮੋਹਰੇ ਫਰਾਈਡੇ ਨੂੰ ਉਦਣ ਨੂੰ ਉਹਨਾਂ ਦੇ ਸਾਹਮਣੇ ਜਾ ਕੇ ਇੱਕ ਜ਼ਿਕਰ ਮੈਂ ਆਲਰੇਡੀ ਕਰਤਾ ਜਿਹੜਾ ਫੈਡਰਲ ਲੈਵਲ ਦਾ ਜੈਨੋਸਾਈਡ ਬਿੱਲ ਆ, ਇੱਕ ਦੂਜਾ ਹੈਗਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ
ਹੁਣ ਇੱਕ ਸੈਨੇਟ ਪੋਲੀਟੀਸ਼ੀਅਨ ਐਡਮ ਸ਼ੈਫ ਆਈ ਥਿੰਕ ਉਹਨਾਂ ਦਾ ਨਾਮ, ਉਹਨੇ ਇੰਟਰੋਡਿਊਸ ਕੀਤਾ ਆ Federal ਇਹ level ਤੇ। ਪਹਿਲਾਂ ਡਿਫੀਟ ਹੋ ਗਿਆ ਸੀਗਾ। ਪਹਿਲਾਂ ਇੰਟਰਨਲੀ ਆਪਣੇ ਕੈਲੀਫੋਰਨੀਆ ਚ ਜਿਹੜੇ ਡਾਕਟਰ ਹਾਂਜੀ, ਡੈਂਸ ਆ ਉਹਨਾਂ ਦਾ ਹਾਂਜੀ, ਉਹ ਉਹਨਾਂ ਨੇ ਕਿਲ ਉਹ ਕਰਤਾ ਹੋ ਗਿਆ ਸੀ। ਤੇ ਹੁਣ ਉਹ ਫੈਡਰਲ ਲੈਵਲ ਤੇ ਹੋਇਆ ਆ, ਸੋ ਉਹਦੀ ਕਾਈਂਡ ਆਫ ਆਪਾਂ ਨੂੰ ਵੀ ਇੱਕ ਪੁਸ਼ ਕਰਨੀ ਆ ਵੀ ਇਹ ਪਾਸ ਹੋਣਾ ਚਾਹੀਦਾ, ਬਈ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਹੈਗੀ ਆ ਇਹ ਅਸੀਂ ਇੱਥੇ ਬੈਠਿਆਂ ਨੇ ਨਹੀਂ ਇਦਾਂ ਲੈਣੀ, ਵੀ ਅਸੀਂ ਖੜੇ ਹੋ ਕੇ ਇੱਥੇ ਸਾਹਮਣੇ ਆਏ ਆ, ਕੈਪੀਟਲ ਤੇ ਸਿੱਖ ਵੀ ਆਏ ਹੋ ਆ, ਹੋਰ ਕਮਿਊਨਿਟੀ ਤੋਂ ਵੀ ਲੋਕੀ ਆਉਣੇ ਆ, ਸੱਦਣੇ ਆ ਆਪਾਂ, ਉਹ ਸਾਰਿਆਂ ਨੂੰ ਇਕੱਠੇ ਜਿਹਨਾਂ ਨੇ ਜਿਹੜੇ ਤੇ ਵੀ ਜ਼ੁਲਮ ਹੋਇਆ ਆ, ਜਿਹੜੀ ਵੀ ਓਪਰੇਸ਼ਨ ਹੋਈ ਹੋ ਆ ਹਨਾ, ਉਹ ਇਸ ਮੋਰਚੇ ਦੇ ਵਿੱਚ ਉਹਨਾਂ ਨੂੰ ਆਪਣਾ ਮੂੰਹ ਦਿਸਣਾ ਹੈ, ਆਪਣਾ ਸ਼ੀਸ਼ਾ ਦਿਸਣਾ ਵੀ ਇਹ ਵੀ ਕੀ ਸਾਡਾ ਹਿੱਸਾ ਇਕੱਲੀ ਆਪਣੀ ਕਮਿਊਨਿਟੀ ਵਾਲੇ ਇਸ ਦੇ ਵਿੱਚ ਤੁਸੀਂ ਸੱਦਿਆ ਜਾਂ ਬਾਕੀ ਕੋਈ ਵੀ ਕਿਤੇ ਵੀ ਬੈਕਲੈਸ਼ ਫੇਸ ਕਰ ਰਿਹਾ ਉਹਨਾਂ ਨੂੰ ਵੀ ਵੈਲਕਮ ਆ? ਓਪਨ ਤਾਂ ਜੀ ਸਾਰਿਆਂ ਨੂੰ, ਜਦੋਂ ਹੁਣ ਦਰਬਾਰ ਸਾਹਿਬ ਦੇ ਵਿੱਚ 4 ਦਰਵਾਜ਼ੇ ਆ ਹਨਾ, ਸਾਰੇ ਪਾਸੇ ਦੁਨੀਆ ਤੋਂ ਵੈਲਕਮ ਆ ਲੋਕ, ਸੋ ਜੋ ਵੀ ਆਪਣਾ ਕੰਮ ਹੈਗਾ ਆਪਣਾ ਬੇਸ ਫਾਊਂਡੇਸ਼ਨ ਸਿੱਖੀ ਦੀ ਆ, ਸੋ ਆਪਾਂ ਵੀ ਕਦੀ ਵੀ ਕਿਸੇ ਨੂੰ ਵੀ ਇਹਦਾ ਐਕਸਕਲੂਡ ਨਹੀਂ ਕਰਨਾ ਵਿੱਚੋਂ, ਜਿਹੜਾ ਵੀ ਆਉਣਾ ਮੰਗਦਾ ਉਹਨਾਂ ਲਈ ਵੈਲਕਮ ਆ। ਠੀਕ ਹੈ। ਇੱਕ ਸਾਈਨ ਸੀਗਾ ਉਦੋਂ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਸੀਗਾ, ਇੱਕ ਭੈਣ ਨੇ ਟੋਰਾਂਟੋ ਦੇ ਵਿੱਚ ਲਾਇਆ ਸੀਗਾ ਵੀ ਆਈ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ। ਬਿਲਕੁਲ, ਸੋ ਇਹ ਕਾਈਂਡ ਆਫ ਆਗੇ ਸਭ ਵੀ ਲੈ ਸਕਦੇ। ਬਿਲਕੁਲ। ਸੋ ਤੁਸੀਂ ਵਿੱਚ ਕੀਤੀ ਵੀ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਬੜਾ ਸਰਗਰਮ ਆ ਇੱਥੇ, ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਹੁੰਦੀ ਆ, ਸੁਪਾਰੀਆਂ ਦਿੱਤੀਆਂ ਜਾ ਰਹੀਆਂ ਆ, ਸਿੱਖ ਐਕਟਿਵਿਸਟ ਨੂੰ ਧਮਕਾਇਆ ਜਾ ਰਿਹਾ ਆ, ਇਹ ਬਾਹਰ ਨਿਕਲ ਕੇ ਸਾਰੀ ਕਮਿਊਨਿਟੀ ਦਾ ਇਕੱਠਾ ਹੋ ਕੇ ਦਿਖਾਉਣਾ ਉੱਥੋਂ ਦੀ ਸਰਕਾਰ ਨੂੰ ਇਹੀ ਆ ਵੀ ਅਸੀਂ ਡਰਦੇ ਨਹੀਂ? ਆਈ ਥਿੰਕ ਮੋਰ ਇੰਪੋਰਟੈਂਟ ਆ ਆਪਣੇ ਆਪ ਨੂੰ ਦਿਖਾਉਣਾ ਹਨਾ, ਵੀ internally ਮੈਂ strong, ਕਿਉਂਕਿ ਆਪਣੇ ਕਈ ਵਾਰੀ ਹੁੰਦਾ ਆ ਮਨ ਦੇ ਵਿੱਚ ਕਿਤੇ ਵੀ ਕਾਸ਼ ਸਾਡੇ ਨਾਲ ਦੁਬਾਰਾ ਨਾ ਹੋ ਜਾਵੇ ਜੋ ਹੋਇਆ, ਜਾਂ ਕਿ ਇਦਾਂ ਕਈ ਵਾਰੀ ਫੀਲਿੰਗਾਂ ਹੁੰਦੀਆਂ ਆ ਹਨਾ। ਸੋ ਆਈ ਥਿੰਕ ਮੋਸਟ ਇੰਪੋਰਟੈਂਟਲੀ ਹੈਗਾ ਵੀ ਅਸੀਂ ਆਪਣੇ ਆਪ ਨੂੰ ਤਾਂ ਦਿਖਾਈਏ ਵੀ ਅਸੀਂ ਇੰਨੇ ਜੋਗੇ ਹੈਗੇ ਆ, ਬੇਸਿਕ ਵਾਕਿਆ ਅੰਦਰ ਜਿਹੜੇ ਭੋ ਆ ਸਾਡੇ ਜਿਨ੍ਹਾਂ ਦੇ ਆਪਾਂ ਵਾਰਿਸ ਕਹਿੰਦੇ ਆ, ਜਿਨ੍ਹਾਂ ਦੇ ਆਪਾਂ ਅਸੀਂ ਇਹਨਾਂ ਦੇ ਵਾਰਿਸ ਆ, ਵੀ ਐਟ ਲੀਸਟ ਉਹਨਾਂ ਦੇ ਲਾਇਕ ਤਾਂ ਅਸੀਂ ਥੋੜਾ ਬਹੁਤਾ ਤਾਂ ਹੋ ਸਕਦੇ ਆ ਹਨਾ। ਸੋ ਮੇਨ ਚੀਜ਼ ਆਈ ਥਿੰਕ ਆਪਣੇ ਆਪ ਨੂੰ ਦਿਖਾਉਣ ਨੂੰ ਆ ਵੀ ਅਸੀਂ ਦੇਖੋ ਅਸੀਂ ਇਕੱਠੇ ਆ, ਅਸੀਂ ਹੈਗੇ ਆ, ਅਸੀਂ ਇੱਥੇ ਮਾਇਆ ਦੇ ਵਿੱਚ ਨਹੀਂ ਫਸੇ ਹੋ, ਸਿਰਫ ਕੰਮ ਵੱਡੇ ਵੱਡੇ ਘਰ ਲੈਣ ਦਾ, ਵੱਡੀਆਂ ਵੱਡੀਆਂ ਕਾਰਾਂ ਚਲਾਉਣ ਦਾ ਨਹੀਂ ਹੈਗਾ, ਇੱਥੇ ਹੋਰ ਵੀ ਕੋਈ ਵੱਡਾ ਕੰਮ ਆਪਾਂ ਕਰ ਸਕਦੇ ਹਾਂ, ਕੌਮ ਦੇ ਲਈ ਖੜਦੇ ਆ। Yeah, the most dangerous thing for ਜਿਹੜੇ ਸਾਡੇ ਐਨਮੀ, ਸਾਡੇ ਜਿਹੜੇ ਦੁਸ਼ਮਣ ਹੈ, ਕੌਮ ਦੇ ਦੁਸ਼ਮਣ ਆਪੇ ਸਾਡੀ ਜਿਹੜੀ ਜੇ ਅਸੀਂ ਇਕੱਠੇ ਹੋ ਜਾਈਏ ਨਾ, that's the most dangerous thing for them. ਸੋ ਤੁਹਾਨੂੰ ਲੱਗਦਾ ਵੀ ਇਸ ਨੂੰ ਸਾਬੋਟੇਜ ਕਰਨ ਦੀ ਵੀ ਕੋਈ ਕੋਸ਼ਿਸ਼ ਕੀਤੀ ਜਾ ਸਕਦੀ ਹੈ? ਉਹੀ ਮੈਂ ਅਸੀਂ ਗੱਲ ਕਰਨੀ ਸੀ ਕਿ ਭਈ ਆਪਣੀ ਜਿਹੜੇ ਹੁਣ ਲੌਜਿਸਟਿਕਲ ਜਿਹੜਾ ਸਾਡਾ ਹੁਣ ਪਲਾਨ ਆ, ਅਸੀਂ ਸੰਗਤ ਨੂੰ ਅਸੀਂ ਦੱਸਣਾ ਚਾਹੁੰਦੇ ਪਏ ਲਾਈਕ ਅਸੀਂ ਪੂਰੀ ਸਾਡੀ ਪਲੈਨਿੰਗ ਬਹੁਤ ਤਕੜੀ ਹੋ ਰਹੀ ਆ, and we are aware of a lot of safety issues, safety protocols, ਜਿੱਦਾਂ ਭਈ ਤੁਰਨ ਵੇਲੇ ਵੀ ਜੋ ਤੁਰਨਾ ਰਾਈਟ, ਲਾਈਕ ਹਾਈਵੇ ਤੇ ਕਿਵੇਂ ਤੁਰਨਾ, ਜਿਹੜੇ ਰੂਟ ਵੀ ਅਸੀਂ ਕੱਢਣੇ, ਸਾਰਾ ਕੁਝ, ਜਿੱਦਾਂ ਹੁਣ ਜਿਹੜੇ ਨਾਲ ਬੰਦੇ ਵੀ ਹੋਣੇ ਆ, ਸ਼ਟਲਿੰਗ ਹੋਣੀ ਆ, ਸੋ ਸੇਫਟੀ ਪੂਰੀ, ਅਸੀਂ ਸਾਡਾ ਪੂਰਾ ਧਿਆਨ ਹੈ ਸੇਫਟੀ ਵੱਲ ਨੂੰ। ਠੀਕ ਹੈ। ਸੋ ਥੋੜੇ ਜਿਹਾ ਆਪਾਂ ਇੱਥੇ ਲੌਜਿਸਟਿਕ ਤੇ ਆਈਏ, ਜਿਹੜੀ ਸ਼ੁਰੂਆਤ ਆ ਜਿੱਦਾਂ ਬੇਕਰਸਫੀਲਡ ਤੋਂ ਕਿਹਾ, ਕਿਹੜੇ ਗੁਰੂ ਘਰ ਤੋਂ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਆ, ਕਿੰਨੇ ਕੁ ਵਜੇ ਤੁਸੀਂ ਇਸ ਦੀ ਸਟਾਰਟਿੰਗ ਜਿਹੜੀ ਇਹ ਕਰਨੀ ਹੈ? ਸੋ ਬੇਕਰਸਫੀਲਡ ਦੇ ਵਿੱਚ ਥੋੜਾ ਸਪੈਸ਼ਲ ਸ਼ੁਰੂਆਤ ਹੋਣੀ ਆ ਉਸ ਦਿਨ ਆਪਾਂ 4 ਗੁਰੂ ਘਰਾਂ ਨੂੰ ਜਾਣਾ ਆ ਪਹਿਲਾਂ। ਅੱਛਾ। ਸੋ ਗੁਰਦੁਆਰਾ ਟੂ ਗੁਰਦੁਆਰਾ, ਸੋ ਸ਼ੁਰੂਆਤ ਹੋਊਗੀ 8 ਵਜੇ ਸਵੇਰ ਨੂੰ, ਠੀਕ ਹੈ ਜੀ, ਗੁਰੂ ਨਾਨਕ ਮਿਸ਼ਨ ਸੈਂਟਰ ਸਾਊਥ ਐਚ ਸਟਰੀਟ ਤੇ। ਠੀਕ ਹੈ ਜੀ। ਉੱਥੇ ਜਪਜੀ ਸਾਹਿਬ ਪਾਠ ਕਰਕੇ ਤੇ ਅਰਦਾਸ ਕਰਕੇ ਆਪਾਂ 9 ਵਜੇ ਤੁਰੂੰਗੇ। ਠੀਕ ਹੈ। ਤੇ ਫਿਰ ਗੁਰੂ ਦਸ਼ਮੇਸ਼ ਦਰਬਾਰ ਬਾਈਬਲ ਰੋਡ ਤੇ ਪਹੁੰਚਣਾ, ਫਿਰ ਉੱਥੇ 1 ਘੰਟਾ ਰੁਕ ਕੇ ਅਰਦਾਸ ਕਰਕੇ ਫਿਰ ਬਾਬਾ ਦੀਪ ਸਿੰਘ ਗੁਰਦੁਆਰੇ ਜਾਓਗੇ, ਉੱਥੇ ਘੰਟਾ ਰੁਕ ਕੇ ਅਰਦਾਸ ਕਰਕੇ ਫਿਰ ਗੁਰੂ ਅੰਗਦ ਦਰਬਾਰ ਸਟਾਈਨ ਰੋਡ ਤੇ। ਠੀਕ ਹੈ। ਸੋ ਉਹਦੇ ਬਾਅਦ ਵਿੱਚੋਂ ਜਦੋਂ ਉਹ ਮੈਨੂੰ ਲੱਗਦਾ ਅੱਧਾ ਕੁ ਦਿਨ ਤਾਂ ਲੱਗ ਜਾਣਾ ਇਹ ਗੁਰੂ ਘਰਾਂ ਤੱਕ ਜਾਣ ਨੂੰ, ਮੇਬੀ ਲਿਟਲ ਬਿਟ ਮੋਰ ਦੈਨ ਅੱਧਾ ਦਿਨ। ਤੇ ਫਿਰ ਅਗਲਾ ਹੈਗਾ ਆ ਉਹ ਪੋਲੋ ਪਾਰਕ ਬੇਕਰਸਫੀਲਡ ਦੇ ਐਂਡ ਤੱਕ ਆ। ਕਿੰਨੀ ਕੁ ਦੂਰ ਪੈ ਜਾਂਦਾ ਉੱਥੋਂ ਇਹ? ਮੈਨੂੰ ਲੱਗਦਾ 12-13 ਮੀਲ ਹੋਣਾ ਹੈ ਮੇਰੇ ਖਿਆਲ ਹਿਸਾਬ ਨਾਲ, ਜ਼ਿਆਦਾ ਤਾਂ ਨਹੀਂ ਇੰਨਾ ਜ਼ਿਆਦਾ। ਟੋਟਲ 15 ਕੁ ਮੀਲ ਦਿਨ ਦਾ ਜਿਹੜਾ ਉਹ ਹੋ ਜਾਣਾ। ਉਹ 4 ਗੁਰੂ ਘਰ ਨਾਲ ਹੀ ਆ ਇੱਕ ਦੂਜੇ ਦੇ। ਸੋ ਪਹਿਲਾ ਦਿਨ ਇਦਾਂ ਸ਼ੁਰੂਆਤ ਹੋਣੀ ਆ, ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ ਸਵੇਰ ਨੂੰ ਪੋਲੋ ਪਾਰਕ ਤੇ ਐਂਡ ਹੋ ਜਾਊਗਾ। ਤੇ ਫਿਰ ਜਿਹੜੇ ਆਬਵੀਅਸਲੀ ਬੇਕਰਸਫੀਲਡ ਰਹਿੰਦੇ ਆ ਉਹਨੇ ਆਪਣੇ ਘਰਾਂ ਨੂੰ ਚੱਲ ਜਾਣਾ, ਤੇ ਜਿਹੜੇ ਆਪਣੇ ਨਾਲ ਮਾਰਚਰ ਹੋਣੇ ਆ, ਜੇ ਕੋਈ ਜਣਾ ਲੰਬਾ ਤੁਰਨਾ ਮੰਗਦਾ ਉਹਨਾਂ ਲਈ ਆਪਾਂ ਹੋਟਲ ਬੁੱਕ ਕਰ ਲਵਾਂਗੇ। ਤੇ ਅਗਲੇ ਦਿਨ ਫਿਰ ਸਵੇਰ ਨੂੰ ਉੱਥੇ ਪਾਰਕ ਤੋਂ ਦੁਆਰਾ ਜਾ ਕੇ ਸਵੇਰ ਨੂੰ 6-7 ਵਜੇ ਤੁਰ ਕੇ ਸ਼ੁਰੂ ਕਰਨਾ, ਠੰਡੇ ਤੁਰ ਕੇ। ਅਗਲੇ ਫਿਰ ਅਗਲੇ ਪੜਾਅ ਵੱਲ ਨੂੰ। ਨਾਲੇ ਜਿਹੜੇ ਉਹ ਅਕਤੂਬਰ ਜਿਹੜੀ 9 ਤਰੀਕ ਹੈ, ਜਦੋਂ 8 ਵਜੇ ਆਪਾਂ ਸ਼ੁਰੂ ਕਰਨਾ, ਫਿਰ ਸੰਗਤ ਨੂੰ ਬੇਨਤੀ ਹੈ ਕਿ ਉੱਥੇ 7 ਵਜੇ ਪਹੁੰਚ ਜਾਣ, ਘੰਟਾ ਕੁ ਪਹਿਲਾਂ ਆ ਜਾਵੇ।
ਫਿਰ ਅਸੀਂ ਇੱਕ ਵਾਰੀ ਸਾਰੇ ਕੁਝ ਸੇਫਟੀ ਵਗੈਰਾ ਜੋ ਵੀ ਜਿੱਦਾਂ ਹੈਗਾ ਗਾਈਡਲਾਈਨਸ ਜਿਹੜੀਆਂ ਦਿੱਤੀਆਂ ਇੱਕ ਹੋਰ ਜਾਣਗੀਆਂ। ਜ਼ਰੂਰ ਚੀਜ਼ ਉਹਦੇ ਹੈਗਾ ਤਾਂ ਕਰਕੇ ਵੀ ਉੱਥੇ ਦਸਤਾਰ ਸੇਵਾ ਵੀ ਲੱਗੂਗੀ। ਠੀਕ ਹੈ ਜੀ। ਸਾਰਿਆਂ ਨੇ ਜਿਹਨਾਂ ਨੇ ਤੁਰਨਾ ਆ ਨਾਲ ਹਨਾ ਉਹਨਾਂ ਨੂੰ ਦਸਤਾਰ ਜਾਂ ਚੁੰਨੀ ਜਾਂ ਦੁਪੱਟਾ ਆਪਾਂ ਨਾਲ ਹੀ ਉੱਥੇ ਪ੍ਰੋਵਾਈਡ ਵੀ ਕਰੂੰਗੇ। ਠੀਕ ਹੈ। ਤੇ ਬਈ ਇੱਕ ਕਾਈਂਡ ਆਫ ਸਿੱਖੀ ਸਿਧਾਂਤ ਨਾਲ ਵੀ ਜੁੜੀ ਹੈ ਹਨਾ ਨਾਲ ਬਈ ਸੋ ਤਾਂ ਕਰਕੇ ਇੱਕ ਘੰਟਾ ਜੇ ਪਹਿਲਾਂ ਪਹੁੰਚ ਸਕਦੇ ਆ। ਸੋ ਜੇ ਨਹੀਂ ਸਾਈਨ ਅਪ ਕਰਨਾ ਵੈਬਸਾਈਟ ਤੇ ਜਾ ਕੇ ਉਹਨਾਂ ਨਾਲ ਆਪਾਂ ਸੰਪਰਕ ਰੱਖਣਾ ਹੀ ਰੱਖਣਾ ਆ, ਫੋਨ ਹੋਣਾ। ਸੋ ਆਪਾਂ ਉਹ ਗਰੁੱਪ ਬਣਾ ਲੂੰਗੇ ਨਾਲ ਤੇ ਉਸ ਹਿਸਾਬ ਨਾਲ ਸਾਰੀ ਜਾਣਕਾਰੀ ਇਹ ਮਿਲ ਜੂਗੀ ਉਹਦੇ ਵਿੱਚ। ਸੋ ਫਾਰ ਕਿੱਦਾਂ ਦੀ ਰਿਸੈਪਸ਼ਨ ਮਿਲ ਰਹੀ ਹੈ ਤੁਹਾਨੂੰ ਕਮਿਊਨਿਟੀ ਦੇ ਵਿੱਚੋਂ, ਯੰਗਸਟਰਸ ਚੋਂ, ਬਜ਼ੁਰਗਾਂ ਤੋਂ, ਬਾਕੀਆਂ ਤੋਂ, ਹੋਰ ਕਮਿਊਨਿਟੀ ਤੋਂ ਕਿੱਦਾਂ ਦੀ ਤੁਹਾਨੂੰ ਰਿਸੈਪਸ਼ਨ ਮਿਲ ਰਹੀ ਹੈ ਰਾਈਟ ਨਾਓ? I think ਡਬਲ ਸਾਈਡਡ ਹੀ ਆ, ਜਿੱਦਾਂ ਜ਼ਿਆਦਾ ਐਕਸਾਈਟਮੈਂਟ ਬਹੁਤ ਹੈ। ਜਿੱਦਾਂ ਇਫ ਯੂ ਟਾਕ ਟੂ ਦ ਯੂਥ, ਜਿਹੜੇ ਯੰਗ ਲੋਕ ਆ ਉਹਨਾਂ 'ਚ ਜਿੱਦਾਂ ਐਕਸਾਈਟਮੈਂਟ ਵੀ ਅਸੀਂ ਆ ਕੀ ਕਰ ਰਹੇ ਹਾਂ, ਕਾਹਤੋਂ ਕਰ ਰਹੇ ਹਾਂ, ਰਾਈਟ, ਇਦਾਂ ਦੇ ਸਵਾਲ। ਤੇ ਜਿਹੜੇ ਕਈ ਲੋਕ ਇਦਾਂ ਦੇ ਵੀ ਹੈਗੇ ਜਿਹੜੇ ਆਪਣੇ ਕਮਿਊਨਿਟੀ ਵਿੱਚ ਵੀ ਪੁੱਛਦੇ ਵੀ ਤੁਸੀਂ ਇਹ ਕਾਹਤੋਂ ਕਰੀ ਜਾਂਦੇ ਆ, ਵਾਈ ਆਰ ਯੂ ਡੂਇੰਗ ਦਿਸ। ਕੀ ਆਨਸਰ ਉਹਨਾਂ ਦੇ ਲਈ? ਉਹ ਆਨਸਰ ਜੀ ਉਹ ਵੱਖਰੇ ਵੱਖਰੇ ਬੰਦੇ ਵਾਲੇ ਵੱਖਰੇ ਵੱਖਰੇ ਆਨਸਰ ਹੁੰਦੇ ਆ। ਜਿਹੜੇ ਬੰਦੇ ਤੁਹਾਨੂੰ ਪਤਾ ਹੀ ਆ ਨਾ, ਜਿਹੜੇ ਹਨਾ ਜਿਹਨਾਂ ਕੋਲ ਜਿਗਰਾ ਘੱਟ ਹੁੰਦਾ ਆ, ਉਹਨਾਂ ਨੂੰ ਫਿਰ ਅਸੀਂ ਆਨਸਰ ਦੱਸੀ ਪਏ ਸਾਡਾ ਕੰਮ ਹੈ, ਅਸੀਂ ਕਰਨਾ ਆ, ਤੇ ਤੁਸੀਂ ਆਉਣਾ, ਤੁਸੀਂ ਆਓ ਪਲੀਜ਼ ਜੀ ਸੱਦ ਕੇ ਤੁਸੀਂ ਆਇਓ ਹਨਾ। ਜਿਹੜਾ ਬੰਦਾ ਜੈਨੂਇਨਲੀ ਪੁੱਛ ਰਿਹਾ ਵੀ ਤੁਸੀਂ ਕਾਹਤੋਂ ਕਰ ਰਹੇ ਆ, ਉਹਨਾਂ ਲਈ ਵੀ ਸਵਾਲ ਵੱਖਰਾ ਹੁੰਦਾ ਸੀ। ਫਿਰ ਉਹਨਾਂ ਨੂੰ ਐਕਸਪਲੇਨ ਕਰਦੇ ਆ ਭਈ, ਜਿੱਦਾਂ ਮਨਦੀਪ ਸਿੰਘ ਨੇ ਪਹਿਲਾਂ ਐਕਸਪਲੇਨ ਕੀਤਾ ਸੀਗਾ ਭਈ ਨਿਰਭਉ ਤੇ ਨਿਆਂ, ਤੇ ਇਹ ਆਪਾਂ ਮਾਰਚ ਦਾ ਅਵੇਅਰਨੈਸ ਲਈ ਸੰਗਤ ਨੂੰ ਇਕੱਠੀ ਕਰਨ ਲਈ ਇਦਾਂ ਦੇ ਜਵਾਬ ਦਿੰਦੇ ਹੁੰਦੇ ਆ। ਐਕਚੁਅਲੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ, ਸਭ ਤੋਂ ਪਹਿਲਾਂ ਤਾਂ ਹੁੰਦਾ ਆ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਬਈ ਬਿਗ ਸਪੀਡ ਤੋਂ ਸੈਕਮੈਂਟ ਤੱਕ ਹੈ ਨਾ। ਬਟ ਇਟਸ ਅ ਬਿਗ ਟਾਸਕ, ਬਹੁਤ ਵੱਡੀ ਜਿਹੜੀ ਇਹ ਗੱਲ ਆ। ਪਰ ਹੈਰਾਨੀ ਦੀ ਗੱਲ ਹੁੰਦੀ ਇੱਕ ਲਾਈਕ ਇੱਕ ਚੜ੍ਹਦੀ ਕਲਾ ਜਜ਼ਬਾ ਆ, ਕਿਉਂਕਿ ਉਹ ਕਦੀ ਸੁਪਨਾ ਕਿਸੇ ਨੇ ਦੇਖਿਆ ਵੀ ਨਹੀਂ ਸੀਗਾ ਦਿਮਾਗ ਦੇ ਵਿੱਚ ਇੰਨਾ ਲੰਬਾ। ਸਵਾਲ ਮੇਰਾ ਅਗਲਾ ਇਹੀ ਸੀਗਾ ਵੀ 350 ਮੀਲ ਜਿਹੜਾ ਇਹ ਸੋਚਿਆ ਕਿ ਕਿਸੇ ਹੋਰ ਤੋਂ ਤੁਹਾਡੀ ਮੋਟੀਵੇਸ਼ਨ ਇਨਸਪੀਰੇਸ਼ਨ ਰਹੀ ਹੈ ਇਸ ਚੀਜ਼ ਨੂੰ? ਡੈਫੀਨਿਟਲੀ ਆਈ ਥਿੰਕ ਆਪਾਂ ਕੈਲੀਫੋਰਨੀਆ ਦੇ ਵਿੱਚ ਉਹ 2021 ਦੇ ਵਿੱਚ ਆਈ ਥਿੰਕ ਪਿਛਲੇ ਸਾਲ ਹੀ ਸੀਗਾ ਜਿਹੜੇ ਕਿਸਾਨ ਗਏ ਸੀਗੇ ਉਹਨਾਂ ਦੀ ਗੱਲ ਕਰਦੇ ਜਿਹੜੇ ਕੰਮ ਜਿਹੜਾ ਸੀਗੀ ਕਾਫਲਾ ਜਿਹੜਾ ਕਾਰਾਂ ਨਾਲ ਕੀਤਾ ਸੀ ਆਪਾਂ। ਹਾਂਜੀ ਫਾਰਮਰ ਪ੍ਰੋਟੈਸਟ ਦੇ ਵੇਲੇ ਬੇਰੀਏ ਦੇ ਵਿੱਚ ਬੇ ਬ੍ਰਿਜ ਸ਼ਟ ਡਾਊਨ ਹੋ ਗਿਆ ਸੀਗਾ। ਹਾਂਜੀ ਉਹ ਤੋਂ ਵੱਡਾ ਕਦੀ ਮੈਂ ਇੱਥੇ ਮੋਰਚਾ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਦੇਖਿਆ ਹੀ ਨਹੀਂ। ਇਦਾਂ ਲੱਗਦਾ ਸੀ ਜਿੱਦਾਂ ਕੱਲਾ ਸਿੱਖ ਕੈਲੀਫੋਰਨੀਆ ਤੋਂ ਉਦੋਂ ਬੇਰੀਏ ਪਹੁੰਚਿਆ ਸੀ। ਵਾਕਈ ਪਹੁੰਚਿਆ ਸੀ, ਤੁਹਾਨੂੰ ਵੀ ਨਹੀਂ ਥਾਂ ਸੀਗਾ, ਕਾਰਾਂ ਲਈ ਵੀ ਨਹੀਂ ਥਾਂ ਸੀਗਾ। ਸੋ ਸਭ ਉਹ ਇੱਕ ਇਨਸਪੀਰੇਸ਼ਨ ਆ। ਇੱਕ ਇਨਸਪੀਰੇਸ਼ਨ ਡੈਫੀਨਿਟਲੀ ਆਈ ਥਿੰਕ ਮੇਨ ਜਿਹੜੀ ਇਨਸਪੀਰੇਸ਼ਨ ਆ ਉਹ ਹੈਗੀ ਆ ਆਪਣੇ ਜਿਹੜੇ ਸ਼ਹੀਦ ਆ, ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ। ਆਈ ਥਿੰਕ ਆਪਾਂ ਬੈਟਲ ਆਫ ਅੰਮ੍ਰਿਤਸਰ ਮੂਵੀ ਉਦੋਂ ਪਿਛਲੇ 2 ਸਾਲ ਪਹਿਲਾਂ ਜਦੋਂ ਆਈ ਸੀ, ਸਕਰੀਨਿੰਗਾਂ ਕੀਤੀਆਂ ਹਨਾ, ਤੇ ਉਹਦੇ ਉੱਤੇ ਪੋਸਟਰ ਦੇ ਇੱਕ ਟੈਗ ਲਾਈਨ ਲਿਖੀ ਸੀਗੀ ਵੀ ਜ਼ਖਮ ਨੂੰ ਸੂਰਜ ਬਣਾਓ। ਇਹ ਆਈ ਥਿੰਕ ਸਭ ਤੋਂ ਵੱਡੀ ਇਨਸਪੀਰੇਸ਼ਨ ਆਪਣੇ ਸਾਰਿਆਂ ਲਈ ਆ। ਵੀ ਕਈਆਂ ਨੂੰ ਪਹਿਲਾਂ ਪਤਾ ਆ, ਕਈਆਂ ਨੇ ਆਪਣੇ ਐਕਸਪੀਰੀਅੰਸ ਕੀਤਾ ਇਹ ਵੀ ਵਿਚਾਰੇ ਨਾ ਬਣ ਕੇ ਰਹੋ ਵੀ ਕਈਆਂ ਨੂੰ ਨੌਲੇਜ ਆਈ ਹਾਂ ਵੀ ਅਸੀਂ ਵਿਚਾਰੇ ਆ, ਹਾਏ ਵਿਕਟਮ ਆ, ਇਦਾਂ ਨਹੀਂ। ਜ਼ਖਮ ਹੈਗਾ ਡੂੰਘਾ, ਕਈਆਂ ਲਈ ਜ਼ਖਮ ਹੈਗਾ ਆ ਸੁਣ ਕੇ ਬਈ ਸਾਡੇ ਨਾਲ ਇਦਾਂ ਹੋਇਆ, ਪਰ ਇਹਨੂੰ ਆਪਾਂ ਸੂਰਜ ਕਿੱਦਾਂ ਬਣਾ ਸਕਦੇ ਆ। ਇਹ ਸਾਡੀ ਇਨਸਪੀਰੇਸ਼ਨ ਇਹਦੇ ਵਿੱਚੋਂ ਆਈ ਆ। ਡੈਫੀਨਿਟਲੀ ਆਪਾਂ ਇੱਥੇ ਲੈਂਡਸਕੇਪ ਵੀ ਦੇਖਦੇ ਆ ਵੀ ਕਿੱਦਾਂ ਹੋਰ ਵੀ ਕਮਿਊਨਿਟੀਆਂ ਦੇ ਵਿੱਚੋਂ ਉਹ ਕਿੱਦਾਂ ਇਸਤੇਮਾਲ ਕਰਦੇ ਆ, ਕੀ ਟੈਕਟਿਕਸ ਇਸਤੇਮਾਲ ਕਰਦੇ ਆ ਵੀ। ਸੋ ਇਨਸਪੀਰੇਸ਼ਨ ਬਸ ਇਹੀ ਆ ਵੀ ਕੀ ਆਪਾਂ ਕਰ ਸਕਦੇ ਹਾਂ ਜਿਹੜੇ ਸਾਰੇ ਹਿੱਸਾ ਪਾ ਸਕਦੇ ਆ। ਵੀ ਸਿਰਫ ਇੱਕ ਸਾਈਡ ਆਪਣੀ ਕਮਿਊਨਿਟੀ ਦੇ ਲਈ ਨਾ ਇਹ ਪ੍ਰੋਗਰਾਮ ਹੋਵੇ, ਸਾਰਿਆਂ ਲਈ ਕਿੱਦਾਂ ਹੋਵੇ। ਸੋ ਬਿਲਕੁਲ ਹੁਣ ਤਾਂ ਤਕਰੀਬਨ ਸਾਰੇ ਸ਼ਹਿਰਾਂ ਚੋਂ ਲੰਘਣਾ ਆ। ਸੋ ਬੰਦਾ ਜਿਹੜਾ ਜਿੱਥੇ ਵੀ ਆ ਉੱਥੇ ਆ ਕੇ ਹਿੱਸਾ ਜਿਹੜਾ ਉਹ ਪਾ ਸਕਦਾ ਹੈਗਾ। ਮੁੜ ਕੇ ਆਪਣਾ ਉਹ ਬਾਕੀ ਸੰਗਤ ਨੂੰ ਇਹੀ ਬੇਨਤੀ ਆ ਪਈ ਨਾ, ਜਦੋਂ ਤੁਹਾਡੇ ਸ਼ਹਿਰ ਅਸੀਂ ਆਉਣਾ ਆ, ਲਾਈਕ ਪਲੀਜ਼ ਤੁਸੀਂ ਲਾਈਕ ਨਾ ਲੰਗਰ 'ਚ ਸ਼ਾਮਲ ਹੋ, ਸੇਵਾ ਲਈ ਤੁਸੀਂ ਨਾ ਮੋਹਰੇ ਹੋ। ਲਾਈਕ ਸਾਰਾ ਕੁਝ ਆਪਣੇ ਹੁਣ ਡੇਟਾਂ ਵੀ ਸਾਰੀਆਂ ਪੱਕੀਆਂ ਆ। ਸੋ ਮੇਬੀ ਲਾਈਕ ਤੁਹਾਡੇ ਸ਼ਹਿਰ 'ਚ ਵੀਰਵਾਰ ਸ਼ਾਮੀ ਕਿਸੇ ਨੇ ਆਉਣਾ, ਫਿਰ ਤੁਸੀਂ ਆਪਣੇ ਇਹ ਡੇਟਸ ਦਾ ਕਿਹੜੇ ਥਾਂ ਤੇ ਕਿਹਦਾ ਉਹ ਤੁਹਾਡੀ ਵੈਬਸਾਈਟ ਤੇ ਆ? ਹਾਂਜੀ ਵੈਬਸਾਈਟ ਤੇ ਸਾਰਾ ਕੁਝ ਲਿਖਿਆ ਜੀ, jakara.org/1984 ਮਾਰਚ। ਹਾਂਜੀ /1984 ਮਾਰਚ। ਤੇ ਉੱਥੇ ਵੀ ਜਿੱਦਾਂ ਤੁਸੀਂ ਜਾ ਕੇ ਦੇਖ ਸਕਦੇ ਪਏ ਸਾਡੇ ਇਹ ਕਾਫਲਾ ਸਾਡੇ ਸ਼ਹਿਰੋਂ ਕਦੋਂ ਲੰਘਣਾ ਹੈ, ਰਾਈਟ। ਜੇ ਤੁਸੀਂ ਜਿੱਦਾਂ ਲਾਈਕ ਆਪਣੇ ਹੁਣ ਨਾਰਥ ਵੈਲੀ 'ਚ ਰਹਿੰਦੇ ਆ, ਲਾਈਕ ਮੈਂਟੀਕਾ, ਟ੍ਰੇਸੀ, ਸਟਾਕਟਨ ਏਰੀਆ, ਜਿੱਦਾਂ ਹੁਣ ਲਿਵਿੰਗਸਟਨ 'ਚ ਮਰਸੈਡ ਗੁਰਦੁਆਰੇ ਵੀ, ਲਿਵਿੰਗਸਟਨ ਗੁਰਦੁਆਰੇ ਵੀ, ਜਿੰਨੇ ਵੀ ਗੁਰਦੁਆਰੇ 209 ਚ ਏਰੀਆ ਦੇ ਵਿੱਚ ਹੈਗੇ ਸੀ ਰੋਕਣਾ ਆ। ਲਾਈਕ ਸੋ ਯੂ ਕੈਨ ਗੋ देयर ਐਂਡ ਉੱਥੇ ਤੁਸੀਂ ਸਪੋਰਟ ਕਰ ਸਕਦੇ ਆ। ਉੱਥੇ ਪੋਸਟਰ ਵੀ ਲੱਗੂਗੇ ਗੁਰੂ ਘਰਾਂ ਦੇ ਵਿੱਚ ਇਸ ਵੀਕਐਂਡ। ਸੋ ਉੱਥੇ ਕੋਈ ਸਵਾਲ ਜਵਾਬ ਹੋਵੇ, ਪੋਸਟਰ ਤੇ ਨੰਬਰ ਹੈਗਾ ਆ, ਸੰਪਰਕ ਕਰ ਸਕਦੇ। ਹਾਈਵੇ ਦੇ ਉੱਤੇ ਮਾਰਚ ਰੀਸੈਂਟਲੀ ਪਿਛਲੇ ਸਾਲ ਆਈ ਥਿੰਕ ਕਾਮਿਆਂ ਨੇ ਕੀਤੀ ਸੀਗੀ, ਜਿਹੜੇ ਫਾਰਮ ਕੰਮ ਕਰਦੇ ਉਹਨਾਂ ਨੇ ਆਈ ਥਿੰਕ ਆਪਣੀ ਯੂਨੀਅਨ ਬਣਾਉਣ ਦੇ ਲਈ ਇੱਕ ਮਤਾ ਜਿਹੜਾ ਉਹ ਪਾਸ ਕਰਵਾਇਆ ਸੀ। ਇਹ ਗਏ ਸੀ, ਫਿਰ ਬਾਅਦ ਦੇ ਵਿੱਚ ਉਹ ਕੈਪੀਟਲ ਦੇ ਬਾਹਰ ਟੈਂਟ ਲਾ ਕੇ ਵੀ ਕਿੰਨਾ ਚਿਰ ਬੈਠੇ ਰਹੇ, ਫਿਰ ਗਵਰਨਰ ਉੱਥੇ ਆ ਕੇ ਜਿਹੜਾ ਉਹ ਸਾਈਨ ਵੀ ਕਰਕੇ ਗਿਆ।
ਹੁਣ ਜਦੋਂ ਹਾਈਵੇ ਤੇ ਤੁਰਨ ਦੀ ਗੱਲ ਆਉਂਦੀ ਹੈ, ਕੀ ਆਪਾਂ ਹਾਈਵੇ ਤੇ ਤੁਰਨਾ ਆ, ਸਾਈਡ ਤੇ ਤੁਰਨਾ ਆ, ਇਹ ਕਿੱਥੇ ਤੁਰਨਾ ਹੈ? ਸੋ ਹਾਈਵੇ ਤੇ ਜੀ ਆਬਵੀਅਸਲੀ ਡੇਂਜਰ ਹੈਗਾ ਆ। ਕਈਆਂ ਨੂੰ ਪਹਿਲਾ ਸਵਾਲ ਹੁੰਦਾ ਵੀ ਤੁਸੀਂ ਹਾਈਵੇ ਤੇ ਕਿੱਦਾਂ ਤੁਰਨਾ। ਆਪਾਂ ਹਾਈਵੇ ਤੇ ਨਹੀਂ ਤੁਰਨਾ, ਜਿਹੜੀਆਂ ਸਾਈਡ ਰੋਡਾਂ ਹੈਗੀਆਂ ਹਾਈਵੇ ਦੇ ਨਾਲ ਉਹ ਰਾਊਟ ਉਹਨਾਂ ਤੇ ਬਣਾਇਆ ਆ। ਹਾਈਵੇ ਤੇ ਤੁਰਨਾ ਇਹ ਰਾਊਟ ਦੇ ਵਿੱਚ ਮਤਲਬ ਹਿੱਸਾ ਹੈ ਨਹੀਂਗਾ ਉਹਦਾ, ਪਰ ਜਿਹੜੇ ਸਾਈਡ ਰੋਡਸ ਹੈਗੀਆਂ ਉਹਨਾਂ ਤੇ ਤੁਰੂਗੇ। ਕੀ CHP ਦੇ ਨਾਲ ਜਾਂ ਇਹ ਉੱਥੋਂ ਦੇ ਜਿਹੜੇ ਸ਼ਹਿਰ ਚੋਂ ਲੰਘ ਰਹੇ ਆ ਉੱਥੋਂ ਦੀ ਲਾ ਐਨਫੋਰਸਮੈਂਟ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਹੋ ਚੁੱਕਾ ਹੈ ਵੀ ਅਸੀਂ ਇਦਾਂ ਮਾਰਚ ਕਰ ਰਹੇ ਹਾਂ ਵੀ ਅਸੀਂ ਤੁਰ ਰਹੇ ਹਾਂ, ਪਰ ਉਹਨਾਂ ਦੀ ਲੋੜ ਨਹੀਂ ਹੋਣੀ ਕਿਉਂਕਿ ਆਪਣੇ ਕੋਲ ਵੈਨਾਂ ਹੋਣੀਆਂ ਆ। ਇੱਕ ਵੈਨ ਮੋਰੇ ਹੋਊਗੀ, 2 ਵੈਨਾਂ ਪਿੱਛੇ ਹੋਊਗੀਆਂ। ਸੋ ਉਹਨਾਂ ਦੇ ਵੈਨਾਂ ਦੇ ਵਿੱਚ ਇਦਾਂ ਸਿੰਗਲ ਫਾਈਲ ਜਾਂ 2 ਜਣੇ ਇਦਾਂ ਤੁਰੂਗੇ। ਇਦਾਂ ਨਹੀਂ ਹੈਗਾ ਵੀ ਸਾਰੀ ਰੋਡ ਹੀ ਟੇਕ ਓਵਰ ਕਰ ਦੇਣੀ ਆਪਾਂ, ਪਰ ਸਾਈਡਾਂ ਤੇ ਸੋ ਜਿੱਥੇ ਵੀ ਬਈ ਆਮ ਆਵਾਜਾਈ ਚੱਲ ਰਹੀ ਆ, ਤੁਸੀਂ ਨਾਲ ਜਿਹੜਾ ਆਪਣਾ ਨਿਰਭਉਤ ਨਿਆਂ ਮਾਰਚ ਨੂੰ ਚਾਲੂ ਜਿਹੜਾ ਉਹ ਰੱਖਣਾ। ਕਈ ਥਾਂ ਇਦਾਂ ਵੀ ਹੋਊਗੀ ਜਿੱਥੇ ਸਾਈਡ ਵਾਕ ਨਹੀਂ ਹੈਗਾ ਜਾਂ ਤੁਰਨ ਨੂੰ ਥਾਂ ਨਹੀਂ ਹੈਗਾ, ਉੱਥੇ ਫਿਰ ਨਾਲ ਜਿਹੜਾ ਸਾਈਡ ਰੋਡ ਥੋੜਾ ਡਰਟ ਏਰੀਆ ਹੋਊਗਾ, ਥੋੜਾ ਬਹੁਤਾ ਖੇਤ ਹੋਊਗਾ ਜਾਂ ਨਾਲ ਜਿਹੜਾ ਫਰੀਵੇ ਦੇ ਨਾਲ ਤੁਸੀਂ ਕਹਿ ਰਹੇ ਆ। ਫਿਰ ਫਰੀਵੇ ਦੇ ਨਾਲ ਨਹੀਂ, ਜਿੱਦਾਂ ਸਾਈਡ ਰੋਡ ਨਹੀਂ ਹੁੰਦੀ ਸਾਈਡ ਤੇ, ਹਾਂਜੀ ਸਾਈਡ ਵਾਕ ਨਹੀਂ ਹੁੰਦਾ। ਬਿਲਕੁਲ ਸ਼ਹਿਰਾਂ ਦੇ ਵਿੱਚ ਦੀ ਨਿਕਲਣਾ ਉਦੋਂ ਸਾਈਡ ਵਾਕ ਹੋਣੀ, ਉਦੋਂ ਤਾਂ ਹੋਣੀ ਹੀ ਆ, ਪਰ ਜਦੋਂ ਖੇਤਾਂ ਦੇ ਵਿੱਚ ਦੀ ਨਿਕਲਣਾ ਉਦੋਂ ਰੋਡ ਤੋਂ ਥੋੜਾ ਜਿਹਾ ਐਮਰਜੈਂਸੀ ਲੇਨ ਹੁੰਦੀ ਜਿਹੜੀ ਉੱਥੇ ਹੈ ਨਾ, ਸੋ ਉਦੋਂ ਫਿਰ ਥੋੜਾ ਆਫ ਦ ਸ਼ੋਲਡਰ ਆਪਾਂ ਤੁਰੂਗੇ। ਸਾਰਿਆਂ ਨੇ ਜਿਹੜੀਆਂ ਰਿਫਲੈਕਟਿਵ ਜਿਹੜੀਆਂ ਉਹ ਪਾਈਆਂ ਹੋਣਗੀਆਂ ਤੁਹਾਡੇ ਨਾਲ, ਕੀ ਡਾਕਟਰ, ਨਰਸਿਸ, ਐਮਰਜੈਂਸੀ, ਉਹ ਸਾਰੀਆਂ ਚੀਜ਼ਾਂ ਨਾਲ ਹੋਣਗੀਆਂ? ਹਾਂਜੀ, ਬਹੁਤ ਵਧੀਆ ਸਵਾਲ ਜੀ। ਆਪਣਾ ਜਿਹੜੀ ਇਹ ਰਿਸਪੌਂਸਿਬਿਲਿਟੀ ਅਸੀਂ ਚੱਕ ਰਹੇ ਹਾਂ, ਇਹ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ। ਇਟਸ ਲਾਈਕ ਉਹ ਕਿ ਖਤਰਾ ਵੀ ਹੈ, ਜਿੱਦਾਂ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਲੋਕੀ ਡਰਾਈਵ ਕਿੱਦਾਂ ਕਰਦੇ ਆ। ਬਿਲਕੁਲ। ਸੋ ਇਟਸ ਵੈਰੀ ਇੰਪੋਰਟੈਂਟ। ਅਸੀਂ ਜਿੱਦਾਂ ਹੁਣ ਜਿਹੜੀ ਸਾਡੀ ਪਲੈਨਿੰਗ ਸਟੇਜਸ ਆ, ਅਸੀਂ ਲਾਈਕ ਐਵਰੀ ਡੇ ਦਿਨ ਰਾਤ, ਲਾਈਕ ਸਵੇਰੇ ਉੱਠ ਕੇ ਰਾਤ ਤੋਂ ਲੈ ਕੇ ਸਾਡੀ ਸਾਰਾ ਦਿਨ ਅਸੀਂ ਲੌਜਿਸਟਿਕਲ ਪਲੈਨਿੰਗ ਤੇ ਸੇਫਟੀ ਤੇ ਆ। ਸੋ ਆਪਣੇ ਜਿਹੜੇ ਹੁਣ ਹੋਊਗੇ, ਜਿੱਦਾਂ ਮਨਦੀਪ ਸਿੰਘ ਨੇ ਕਿਹਾ ਸੀਗਾ ਭਈ ਕਾਫਲੇ ਦੇ ਪਿਛਲੇ ਪਾਸੇ ਵੀ ਹੈਜ਼ਰਡ ਲਾਈਟਸ ਵੈਨ, ਫਰੰਟ ਸਾਈਡ ਵੀ ਹੈਜ਼ਰਡ ਲਾਈਟਸ ਵੈਨ। ਜਦੋਂ ਕਿਸੇ ਨੈਰੋ ਰਸਤੇ 'ਚ ਆਉਣਾ ਉੱਥੇ ਫਿਰ ਸਿੰਗਲ ਫਾਈਲ ਲਾਈਨ ਬਣਾ ਲੈਣੀ। ਦੇ ਨਾਲ ਟਾਪ ਦੈਟ ਆਪਣੇ ਜਿਹੜੇ ਹੁਣ ਅਸੀਂ ਵੈਸਟ ਕਈ ਆਰਡਰ ਕੀਤੇ ਹੋਏ ਜਿਹੜੇ ਰਿਫਲੈਕਟਿਵ ਵੈਸਟ ਹੁੰਦੇ ਆ, ਉਦਾਂ ਤਾਂ ਅਸੀਂ ਰਾਤ ਨੂੰ ਅਸੀਂ ਤੁਰਨਾ ਨਹੀਂ, ਰਾਈਟ, ਪਰ ਸਟਿਲ ਮੋਰ ਵਿਜ਼ੀਬਲ, ਰਾਈਟ। ਮੀਂਹ ਪੈਂਦਾ ਹੋਵੇ, ਧੁੱਪ ਹੋਵੇ, ਜਦ ਅਸੀਂ ਛਤਰੀਆਂ ਲਿਆਉਣੀਆਂ, ਸੋ ਪੂਰਾ ਜਿੱਦਾਂ ਹੁਣ ਜਿੱਦਾਂ ਹੁਣ ਆਪਾਂ ਗੱਲ ਕਰਦੇ, ਜਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ ਪੂਰੀ ਦੁਨੀਆ ਤੁਰ ਕੇ ਆਏ, ਰਾਈਟ, ਉਦਾਸੀਆਂ ਕੀਤੀਆਂ, ਇਹ ਜਿਹੜੀ ਹੁਣ ਯਾਤਰਾ ਕੀਤੀ ਪੂਰੀ, ਇਹ ਜਿਹੜੀ ਹੁਣ ਸਾਡਾ ਜਿਹੜਾ ਪੈਦਲ ਮਾਰਚ ਹੋਣਾ ਆ, ਮੇਰੇ ਹਿਸਾਬ ਨਾਲ ਆਈ ਥਿੰਕ ਐਨੀਬਾਡੀ ਕੈਨ ਡੂ ਇਟ। ਸੋ ਇੱਕ ਜਣਾ ਕਰ ਸਕਦਾ। ਇਹਦੇ ਵਿੱਚ ਐਡ ਕਰਨ ਨੂੰ ਇਹ ਹੈਗਾ ਆ ਵੀ ਸਿਰਫ ਲਾਈਕ ਫਿਜ਼ੀਕਲ ਸੇਫਟੀ ਦੀ ਹੈਗੀ, ਤੁਹਾਡੀ ਐਕਚੁਅਲੀ ਸਰੀਰਕ ਸੇਫਟੀ ਦੀ ਗੱਲ ਹੈਗੀ। ਜਦੋਂ ਤੁਸੀਂ ਡਾਕਟਰ ਨਰਸਿਸ ਦੀ ਗੱਲ ਕੀਤੀ, ਨਾਲ ਹੈਲਥ ਅਫੀਸ਼ੀਅਲ ਆਪਣੇ ਹੋਣੇ ਆ, ਨਾਲ ਵੈਨਾਂ ਦੇ ਵਿੱਚ ਪਾਣੀ, ਫੂਡ, ਉਹ ਸਾਰਾ ਕੁਝ ਨਾਲ ਹੋਊਗਾ। ਤੇ ਇਹ ਨਹੀਂ ਹੈਗਾ ਵੀ ਆਪਾਂ ਸਿੱਧੇ 14-15 ਮੀਲ ਤੁਰ ਜਾਣਾ, ਬ੍ਰੇਕਾਂ ਵੀ ਆਉਗੀਆਂ। ਸੋ ਕਿਸੇ ਨੂੰ ਲੋੜ ਪਈ, ਜੇ ਕਿਸੇ ਤੋਂ ਤੁਰ ਨਹੀਂ ਹੁੰਦਾ, ਕਿਸੇ ਦਾ ਗਿੱਟਾ ਅੱਗੇ ਪਿੱਛੇ ਹੋ ਗਿਆ, ਉਹ ਵੈਨ ਦੇ ਵਿੱਚ ਬਹਿ ਸਕਦੇ ਆ, ਉਹ ਵੈਨ 'ਚ ਬਹਿ ਸਕਦੇ ਆ। ਹੋ ਸਕਦਾ ਉਹ 1 ਮੀਲ ਤੁਰ ਕੇ 1 ਮੀਲ ਵੈਨ 'ਚ ਬਹਿ ਕੇ, 1 ਮੀਲ ਤੁਰ ਕੇ 1 ਮੀਲ ਵੈਨ 'ਚ ਬਹਿ ਕੇ, ਇਦਾਂ ਵੀ ਕਰ ਸਕਦੇ ਆ। ਠੀਕ ਆ। ਕੀ ਤੁਹਾਡੇ ਕੋਲ ਕੋਈ ਇਦਾਂ ਦੇ ਵੀ ਇਸ ਟਾਈਮ ਵਾਕਰ ਹੈਗੇ ਜਾਂ ਤੁਰਨ ਵਾਲੇ ਆ ਜਿਹੜੇ ਕਹਿੰਦੇ ਵੀ ਅਸੀਂ ਪੂਰੇ 350 ਮੀਲ ਤੁਰਨੇ ਆ, ਜਾਂ ਜੇ ਤੁਸੀਂ ਲੱਭ ਰਹੇ ਆ ਉਹਨਾਂ ਨੂੰ? ਸੁਣਿਆ ਤਾਂ ਹੈਗਾ ਜੀ, ਪਰ ਹੁਣ ਦੇਖਣ ਦੀ ਵੇਟ ਆ ਵੀ ਕੌਣ ਜੁਝਾਰੂ ਹੁੰਦਾ ਆ। ਅਸੀਂ ਤਿਆਰ ਆ ਜੀ। ਠੀਕ ਆ, ਅਸੀਂ ਤਿਆਰ ਆ ਜੀ। ਹਾਂਜੀ, ਸੋ ਮਤਲਬ ਜਦੋਂ 9 ਅਕਤੂਬਰ ਨੂੰ ਤੁਰਨਾ ਆ ਤੇ 1 ਨਵੰਬਰ ਨੂੰ ਪਹੁੰਚਣਾ, ਤੇ ਬੰਦਿਆਂ ਦੇ ਹੁਲੀਏ ਵੀ ਬਦਲੇ ਹੋਣੇ ਆ। ਇੱਕ ਤਾਂ ਦੇਖੋ ਰੂਹਾਨੀਅਤ ਵੀ ਆਉਣੀ ਆ, ਉਸ ਦੇ ਵਿੱਚ ਨਾਲ ਦੇ ਨਾਲ ਤੁਹਾਡੇ ਕੌਮ ਦਾ ਦਰਦ ਵੀ ਆ, ਕੌਮ ਬਾਰੇ ਜਾਗਰੂਕਤਾ ਵੀ ਆ, ਤੇ ਤੁਸੀਂ ਫਿਜ਼ੀਕਲੀ ਵੀ ਫਿੱਟ ਹੋਵੋਗੇ ਨਾਲ। ਜੀ ਇਹ ਇੱਕ ਇਹਦਾ ਸਾਈਡ ਕਹਿ ਸਕਦੇ ਆ ਵੀ ਨਾਲ ਉਹਦਾ ਫਾਇਦਾ। ਹਾਂਜੀ, ਉਹਦਾ ਵੀ ਨਾ ਇਸੇ ਸੇਮ ਲਾਈਨ ਤੇ ਹੁਣ ਜਿਨ੍ਹਾਂ ਨੇ ਵੀ ਨਾਲ ਸਾਡੇ ਨਾਲ ਤੁਰਨਾ ਆ, ਉਹਨਾਂ ਨੂੰ ਵੀ ਹੁਣ ਅਸੀਂ ਐਡਵਾਈਸ ਦਿੰਦੇ ਆ ਭਈ ਅਕਤੂਬਰ 9 ਨੂੰ ਜਿੱਦਾਂ ਹੁਣ ਸ਼ੁਰੂ ਹੋਣਾ, ਹੁਣ ਹਾਲ ਤੱਕ ਜੇ 2 ਹਫ਼ਤੇ ਹੈਗੇ ਆ, ਭਈ ਹਰੇਕ ਸ਼ਾਮੀ ਜਾ ਕੇ ਜਿੱਦਾਂ 3-4 ਮੀਲ ਉਹਦਾ ਲਾਈਕ ਗੇੜਾ ਕੱਢਣ ਲੱਗ ਪਵੇ, ਵਾਕ ਕਰੋ। ਹਾਂਜੀ, ਜੇ ਸ਼ੂਜ਼ ਲੈਣੇ ਹੋਵੇ ਹੁਣੇ ਲੈ ਆਓ, ਬ੍ਰੇਕ ਦ ਸ਼ੂਜ਼ ਇਨ। ਉੱਦਾਂ ਨਹੀਂ ਭਈ ਅਕਤੂਬਰ 8 ਨੂੰ ਨਵੇਂ ਸ਼ੂ ਲੈ ਆਉਂਦੇ, ਫਿਰ ਮੁੜ ਕੇ ਪਾਲੇ, ਫਿਰ ਮੁੜ ਕੇ ਵਿਛਾਲੇ ਪੈ ਜਾਂਦੇ ਆ ਕਿਉਂਕਿ ਸ਼ੂ ਬ੍ਰੇਕ ਨਹੀਂ ਕੀਤੇ। ਸ਼ੂ ਜੇ ਨਵੇਂ ਲੈਣੇ ਹੋਵੇ ਹੁਣ ਵੀ ਲੈ ਆਓ ਐਂਡ ਸਟਾਰਟ ਪ੍ਰੈਕਟਿਸਿੰਗ ਲਾਈਕ ਐਵਰੀ ਡੇ, 2-3 ਮੀਲ 4 ਮੀਲ ਹੌਲੀ ਆਪਣੇ ਜਿੱਦਾਂ ਨੇਬਰਹੁੱਡ ਦੇ ਆਲੇ ਦੁਆਲੇ, so that way you're ready for those। ਸੋ ਜਿੱਥੇ ਵੀ ਤੁਸੀਂ ਰੁਕਣਾ ਹੈ ਉੱਥੇ ਸੌਣ ਦਾ ਪ੍ਰਬੰਧ ਹੋਣਾ ਹੈ ਜੀ। ਸੋ ਸੌਣ ਜਿਨ੍ਹਾਂ ਨੇ ਲੰਬੇ ਤੌਰ ਤੇ ਤੁਰਨਾ ਆ ਉਹਨਾਂ ਲਈ ਹੋਣਾ, ਕਿਉਂਕਿ ਜਿਹੜੇ ਉਸ ਸ਼ਹਿਰ ਦੇ ਵਿੱਚ ਸੰਗਤ ਆ ਉਹਨੀ ਤਾਂ ਆਪਣੇ ਘਰਾਂ ਨੂੰ ਚਲ ਜਾਣਾ ਹੈ, ਪਰ ਜਿਹੜੇ ਤੁਰ ਰਹੇ ਆ ਕੰਟੀਨਿਊਸਲੀ ਆ ਰਹੇ ਆ 4-5 ਸਟਾਪਸ, ਉਹਨਾਂ ਲਈ ਆਪਾਂ ਹੋਟਲ ਰੂਮ ਬੁੱਕ ਕਰਨੇ। ਠੀਕ ਹੈ। ਇਹ ਔਨ ਦਾ ਸਪੌਟ ਹੀ ਕਿਤੇ ਜਾਣਗੇ ਉਦੋਂ? ਹਾਂਜੀ, ਡਿਪੈਂਡ ਕਰ ਲੂੰਗੇ ਵੀ ਕਿਹਨੀ ਸਾਈਨ ਅਪ ਕੀਤਾ ਹਨਾ ਪਹਿਲਾਂ, ਵੀ ਤੁਰਨ ਨੂੰ ਕਿਹਨੀ ਰਜਿਸਟ੍ਰੇਸ਼ਨ ਕੀਤੀ ਆ, ਸੋ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਣਾ ਕਿੰਨੇ ਜਣੇ ਹੋਣੇ ਉਸ ਲੈਗ ਲਈ। ਸੋ ਹੋਟਲ ਕਿੰਨੇ ਜੇ ਕੋਈ ਆ ਰਿਹਾ ਆ
ਕੱਪੜੇ ਕੁਪੜੇ ਕਿੰਨੇ ਕੁ ਲੈ ਕੇ ਆਉਣ, ਸੂਟਕੇਸ ਨਾਲ ਲਿਆਉਣਾ ਹੈ ਜਾਂ ਕਿੱਦਾਂ ਕਿਵੇਂ ਕੱਪੜਿਆਂ ਆ? ਲਈ ਵੱਡੇ ਸੂਟਕੇਸ ਨਾ ਲੈ ਕੇ ਆਓ ਕਿਉਂਕਿ ਉਹ ਵੈਨਾਂ 'ਚ ਥਾਂ ਘੱਟ ਹੋਣਾ ਸਪਲਾਈਆਂ ਲਈ। ਸੋ ਛੋਟਾ ਸਮਾਲ ਡਫਲ ਬੈਗ ਤੇ ਆਈ ਵੁੱਡ ਸੇ 3-4 ਦਿਨਾਂ ਦੇ ਕੱਪੜੇ ਨਾਲ ਹੋਵੇ ਜੇ ਕਿਸੇ ਨੇ ਲੰਬੇ ਤੌਰ ਤੇ ਤੁਰਨਾ ਹੋਵੇ, ਕਿਉਂਕਿ ਨਾਲ ਆਪਾਂ ਲਾਂਡਰੀ ਵੀ ਕਰੀ ਜਾਵਾਂਗੇ। ਆਪਾਂ ਸੰਗਤ ਬਥੇਰੇ ਜਾਣਦੇ ਆ, ਨਾਲ ਗੁਰੂ ਘਰਾਂ ਦੇ ਵਿੱਚ ਲਾਂਡਰੋਮੈਟ ਵੀ ਹੈਗੇ ਆ। ਸੋ ਹਰੇਕ 3-4 ਦਿਨ ਬਾਅਦ ਆਪਾਂ ਲਾਂਡਰੀ ਦਾ ਵੀ ਪ੍ਰਬੰਧ ਕੀ ਸੋਚਿਆ ਪਿਆ। ਜੀ ਬਿਲਕੁਲ। ਸੋ ਪੀਣ ਦਾ ਪਾਣੀ, ਖਾਣ ਦਾ ਪ੍ਰਬੰਧ ਜਿਹੜਾ ਉਹ ਹੋਊਗਾ। ਸੋ ਦਿਨ ਦੇ ਵਿੱਚ ਤੁਸੀਂ ਕਹਿੰਦੇ ਆ ਵੀ 10-15 ਮੀਲ ਤੱਕ ਜਿਹੜਾ ਉਹ ਦਿਨ ਦਾ ਚੱਲਣ ਦਾ ਹੋਊਗਾ। ਉਹਦੇ ਵਿੱਚ ਨਾਲ ਬ੍ਰੇਕਸ ਜਿਹੜੀਆਂ ਹੋਣਗੀਆਂ, ਲੰਚ ਬ੍ਰੇਕ ਹੋ ਗਈ, ਰੈਸਟ ਬ੍ਰੇਕ ਹੋ ਗਈ। ਸੋ ਟੋਟਲ ਜਿੱਦਾਂ ਤੁਸੀਂ ਮੰਨ ਲਓ ਤੁਸੀਂ ਕਹਿੰਦੇ ਵੀ 6-7 ਵਜੇ ਆ ਤੇ ਸੋ ਹੱਦ ਤੁਸੀਂ ਇਹ ਆ ਵੀ ਆਪਾਂ ਉਹ ਮੁਕਾਮ ਤੱਕ ਜਿਹੜਾ ਉਹ ਪਹੁੰਚਣਾ ਹੈ 5:30 ਤੱਕ ਬਾਅਦ ਚ ਪਹੁੰਚ ਜਾਣਾ ਗੁਰਦੁਆਰੇ। ਠੀਕ ਆ। ਹੁਣ ਯੂਜਲੀ ਆਖਿਆ ਜਾਂਦਾ ਵੀ ਪੈਕ ਦੀ ਸਪੀਡ ਉਹ ਹੁੰਦੀ ਹੈ ਜਿਹੜਾ ਸਲੋਵੈਸਟ ਜਿੰਨਾ ਜਿਹੜਾ ਉਹ ਬੰਦਾ ਜਿਹੜਾ ਉਹ ਤੁਰ ਰਿਹਾ ਆ। ਕਿਤੇ ਨੌਜਵਾਨ ਵੀ ਹੋਣਗੇ ਵਿੱਚ, ਕਿਤੇ ਬਜ਼ੁਰਗ ਵੀ ਹੋਣਗੇ। ਸੋ ਅਕਮੋਡੇਟ ਕੀਤਾ ਜਾਊਗਾ ਹਰ ਇੱਕ ਚੀਜ਼। ਬਿਲਕੁਲ ਜੀ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਜੇ ਕਿਸੇ ਨੂੰ ਜ਼ਿਆਦੀ ਥਕਾਵਟ ਆਵੇ ਜਾਂ ਕਿਸੇ ਨੂੰ ਔਖਾ ਹੋਵੇ, ਆਪਾਂ ਕਿਸੇ ਨੂੰ ਇਦਾਂ ਨਾ ਹੋਵੇ ਵੀ ਉਹਨਾਂ ਨੂੰ ਕੋਈ ਹੈਲਥ ਇਸ਼ੂ ਆ ਜਾਵੇ, ਹਨਾ। ਸੋ ਉਹ ਵੈਨ ਦੇ ਵਿੱਚ ਉਸ ਵੇਲੇ ਬਹਿ ਸਕਦੇ ਆ। ਜੇ ਉਹਨੀ ਬ੍ਰੇਕ ਲੈਣੀ ਹੋਵੇ 1-2 ਮੀਲ ਲਈ, ਜਿੱਦਾਂ ਫਿਰ 1-2 ਮੀਲ ਲਈ ਤੁਰਨਾ ਹੋਵੇ ਉਹ ਠੀਕ ਆ, ਹਨਾ। ਪਰ ਕਾਫਲਾ ਤੁਰੀ ਜਾਵੇ। ਠੀਕ ਹੈ। ਟੋਟਲ ਤੁਹਾਡੇ ਵੋਲੰਟੀਅਰਸ, ਤੁਸੀਂ ਵੋਲੰਟੀਅਰਸ ਦੇ ਵੀ ਲੋੜ ਆ ਤੁਹਾਨੂੰ ਜਾਂ ਕਿੱਦਾਂ ਆ? ਟੋਟਲ ਤੁਹਾਡੀ ਟੀਮ ਦੇ ਵਿੱਚੋਂ ਕਿੰਨੇ ਕੁ ਜਾਣੇ ਜਿਹੜੇ ਨਾਲ ਜਿੱਦਾਂ ਹਰ ਥਾਂ ਨਾਲ ਪੜਾਅ ਦੇ ਵਿੱਚ ਜਿਹੜੇ ਹੋਣਗੇ? ਹਾਂਜੀ, ਸੋ ਬੇਸਿਕਲੀ ਹੈ ਨਾ, ਹੁਣ ਸਾਡੇ ਜਿਹੜੇ ਜਕਾਰਾ ਮੂਵਮੈਂਟ ਆ, ਸਾਡੇ ਹਾਈ ਸਕੂਲ ਚੈਪਟਰ ਵੀ ਹੈਗੇ ਤੇ ਸਾਡੇ ਕਾਲਜ ਚੈਪਟਰ ਵੀ ਹੈਗੇ ਆ। ਸੋ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਅਸੀਂ ਰੁਕਣਾ ਆ, ਜਿੱਦਾਂ ਹੁਣ ਅਸੀਂ ਐਗਜ਼ਾਮਪਲ ਲੈਂਦੇ ਆ ਮਰਸੈਡ ਦਾ, ਰਾਈਟ। ਉਹ ਲਿਵਿੰਗਸਟਨ ਹਾਈ ਸਕੂਲ ਦੇ ਵਿੱਚ ਜਿਹੜੇ ਸਾਡੇ ਚੈਪਟਰ ਆ ਨਾ, ਉਹਨੂੰ ਅਸੀਂ ਸਿੱਖ ਆਨਰ ਸਰਵਿਸ ਸੁਸਾਇਟੀ ਕਹਿੰਦੇ ਆ। ਉਹ ਬੱਚਿਆਂ ਨੇ ਉਸੇ ਗੁਰਦੁਆਰੇ ਦਾ ਜਿੱਦਾਂ ਹੁਣ ਲੰਗਰ ਸਾਂਭਣਾ ਆ, ਸਾਰਾ ਕੁਝ ਉਹਨਾਂ ਨੇ ਜਿੱਦਾਂ ਹੈਲਪ ਕਰਨੀ ਜਿੱਥੇ ਵੀ ਕਰ ਸਕਦੇ। ਜਿਹੜੇ UC ਮਰਸੈਡ ਜਿਹੜੇ ਬੱਚੇ ਜਾ ਰਹੇ ਆ ਜਿੱਥੇ, ਉੱਥੇ ਸਾਡਾ ਚੈਪਟਰ ਆ, ਉਹਨਾਂ ਨੇ ਵੀ ਵਿੱਚ ਸ਼ਾਮਲ ਹੋਣਾ ਆ। ਸੋ ਔਨ ਐਵਰੇਜ ਹਰੇਕ ਥਾਂ ਤੇ ਜਿੱਥੇ ਆਪਾਂ ਰੁਕਾਂਗੇ 10-15-20 ਨਿਆਣੇ ਸਟੂਡੈਂਟਸ ਹੋਣੇ ਹੀ ਆ, ਜਿਹੜੇ ਵਿੱਚ ਇਨਵੋਲਵਡ ਹੋਣੇ ਆ ਐਟ ਲੀਸਟ ਐਵਰੀ ਸਿੰਗਲ ਸਟਾਪ ਔਨ ਦ ਵੇ। ਪਰ ਜੇ ਕਿਸੇ ਨੇ ਵੋਲੰਟੀਅਰ ਕਰਨਾ ਵੀ ਹੋਵੇ, ਹਨਾ, ਉਹਦੇ ਲਈ ਥਾਂ ਹੈਗਾ ਆ। ਉਹ ਵੈਬਸਾਈਟ ਤੇ ਜਾ ਕੇ www.jakarta.org/1984march, ਉਹਦੇ ਉੱਤੇ ਇੱਕ ਬਟਨ ਹੈਗਾ I want to walk, ਇੱਕ ਬਟਨ ਹੈਗਾ I want to volunteer। ਠੀਕ ਹੈ ਜੀ। ਸੋ ਉਹ ਪਿਕ ਕਰ ਸਕਦੇ ਆ। ਸੋ ਜੇ ਕਿਸੇ ਨੇ ਨਹੀਂ ਤੁਰਨਾ ਹੋਵੇ, ਵੋਲੰਟੀਅਰ ਸਿਰਫ ਇਹ ਨਹੀਂ ਹੈਗਾ ਵੀ ਆਪਾਂ 1-2 ਚੀਜ਼ਾਂ ਹੀ ਕਰਨੀਆਂ। ਵੋਲੰਟੀਅਰ ਬਹੁਤ ਤਰ੍ਹਾਂ ਦੇ ਚਾਹੀਦੇ ਆ। ਜਿਨ੍ਹਾਂ ਨੇ ਕਲੀਨ ਅਪ ਵੀ ਕਰਨਾ ਹੋਇਆ ਬਾਅਦ ਵਿੱਚੋਂ, ਜਦੋਂ ਪ੍ਰੋਗਰਾਮ ਸਮਾਪਤੀ ਹੋਊਗੀ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਹੈਲਥ ਕਲੀਨਿਕ ਲਾਉਣ ਨੂੰ ਵੀ, ਉਹਦੇ ਲਈ ਵੋਲੰਟੀਅਰ ਚਾਹੀਦੇ ਆ। ਆਪਾਂ ਲੀਗਲ ਕਲੀਨਿਕ ਵੀ ਲਾਉਂਗੇ, ਜਿਹੜੇ ਨਵੇਂ ਪੰਜਾਬ ਤੋਂ ਆਉਂਦੇ ਆ ਉਹਨਾਂ ਨੂੰ ਵਕੀਲਾਂ ਦੇ ਨਾਲ ਸਲਾਹ ਫ੍ਰੀ ਕੰਸਲਟੇਸ਼ਨ ਹੋ ਸਕਦੀ ਆ। ਬੱਚਿਆਂ ਲਈ ਆਰਟਸ ਐਂਡ ਕ੍ਰਾਫਟਸ ਵੀਕ ਹੋਊਗਾ ਬਾਹਰ, ਟੈਂਟ ਸੈਟਅਪ। ਸੋ ਉਹਦੇ ਲਈ ਵੀ ਵੋਲੰਟੀਅਰ ਚਾਹੀਦੇ ਆ। ਇੱਕ ਆਪਣੇ ਰਜਿਸਟ੍ਰੇਸ਼ਨ ਟੇਬਲ ਹੋ ਗਿਆ, ਜਿੱਦਾਂ ਕਿਸੇ ਨੇ ਆਉਣਾ ਹੋਇਆ, ਜਾਣਕਾਰੀ ਹੋਰ ਲੈਣੀ ਹੋਵੇ, ਸਹੂਲਤਾਂ ਇੱਧਰ ਕੀ ਹੈਗੀਆਂ ਆ। ਸੋ ਐਂਡ ਇਹਨਾਂ ਚੀਜ਼ਾਂ ਦੇ ਵਿੱਚ ਜੇ ਕੋਈ ਵੀ ਹਿੱਸਾ ਪਾ ਸਕਦਾ ਆ, ਹਨਾ, ਉਹ ਡੈਫੀਨਿਟਲੀ ਜਾ ਕੇ ਉੱਥੇ ਵੋਲੰਟੀਅਰ ਬਟਨ ਦੱਬ ਕੇ ਉੱਥੇ ਪਿਕ ਕਰ ਸਕਦੇ ਵੀ ਆਹ ਸਬਜੈਕਟ ਦੇ ਵਿੱਚ ਮੈਂ ਵੋਲੰਟੀਅਰ ਕਰਨਾ ਮੰਗਦੇ ਤੇ ਅਸੀਂ ਉੱਥੇ ਉਹਨਾਂ ਨੂੰ ਸੰਪਰਕ ਕਰਾ ਲਵਾਂਗੇ। 350 ਮੀਲ ਆ। ਜਦੋਂ ਕੋਈ ਇੰਨੀ ਲੰਬੀਆਂ ਵਾਕ ਕਰਦਾ, ਇੰਨੀਆਂ ਲੰਬੀਆਂ ਯਾਤਰਾਵਾਂ ਕਰਦਾ, ਅਕਸਰ ਚਾਹੇ ਉਹ ਪ੍ਰਸ਼ਾਸਨ ਆ, ਚਾਹੇ ਉਹ ਦੂਜਾ ਹੈ, ਚਾਹੇ ਕਮਿਊਨਿਟੀ ਆ, ਚਰਚਾ ਦਾ ਵਿਸ਼ਾ ਜਿਹੜਾ ਉਹ ਬਣਦਾ ਆ। ਆਓ ਆਪਾਂ ਮਿਲ ਕੇ ਸਾਰੇ ਜਣੇ ਇਸ ਨੂੰ ਇੱਕ ਪੋਜ਼ਿਟਿਵ ਵਧੀਆ ਢੰਗ ਦੇ ਨਾਲ ਨਿਰਭਉ ਤੇ ਨਿਆਂ ਮਾਰਚ ਨੂੰ ਜਿਹੜਾ ਉਹ ਸ਼ੁਰੂਆਤ ਕਰੀਏ ਤੇ ਫਿਰ ਨੇਪਰੇ ਜਿਹੜਾ ਉਸ ਨੂੰ ਜਿਹੜਾ ਉਹ ਚਾੜੀਏ। ਸੋ ਸਾਰੇ ਸੰਗਤ ਦੇ ਸਹਿਯੋਗ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ, ਆਪਣੀ ਕਮਿਊਨਿਟੀ, ਦੂਜੀ ਕਮਿਊਨਿਟੀ, ਸਾਰਿਆਂ ਦੇ ਲਈ, ਕਿਉਂਕਿ ਬਹੁਤ ਵੱਡਾ ਕਾਰਜ ਆ, ਬਹੁਤ ਵੱਡਾ ਇੱਕ ਕੰਮ ਆ। 350 ਮੀਲ ਤੁਰ ਕੇ ਜਾਣਾ 99 ਦੇ ਉੱਤੇ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ। ਫਿਰ ਉਸ ਤੋਂ ਕੁਝ ਦਿਨਾਂ ਬਾਅਦ ਆਪਾਂ ਨੂੰ ਪਤਾ ਹੈ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ, ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਆ ਯੂਬਾ ਸਿਟੀ ਦੇ ਵਿੱਚ, ਉਹ ਵੀ ਆ ਜਾਣਾ ਆ। ਸੋ ਬੰਦੇ ਜਿਹੜੇ ਉੱਥੇ ਪਹੁੰਚੇ, ਉੱਥੋਂ ਸਿੱਧਾ ਜਿਹੜਾ ਉੱਧਰ ਨੂੰ ਵੀ ਜਿਹੜਾ ਉਹ ਜਾ ਸਕਦੇ ਆ। ਆਪਾਂ ਉਸ ਦੇ ਵਿੱਚ ਵੀ ਅੱਗੇ ਜਿਹੜਾ ਉਹ ਵਧਣਾ ਆ। ਸੋ ਆਓ ਕੌਮੀ ਕਾਰਜ ਦੇ ਲਈ ਸਾਰੇ ਜਾਣੇ ਇਕੱਠੇ ਹੋਈਏ। ਨਿੱਕੀਆਂ ਮੋਟੀਆਂ ਵਿਚਾਰਕ ਮਤਭੇਦਾਂ ਨੂੰ ਛੱਡ ਕੇ ਅਜਿਹੇ ਕਾਰਜਾਂ ਦੇ ਵਿੱਚ ਜਿਸ ਦੇ ਨਾਲ ਆਪਾਂ ਦੁਨੀਆ ਨੂੰ ਦਿਖਾ ਸਕੀਏ, ਆਪਣੀ ਕੌਮ ਨੂੰ ਜਿਹੜਾ ਉਹ ਜਗਾ ਸਕੀਏ ਤੇ ਬਾਕੀਆਂ ਨੂੰ ਦੱਸ ਸਕੀਏ ਵੀ ਅਸੀਂ ਵਾਕਿਆ ਹੀ ਨਿਰਭਉ ਹਾਂ, ਅਸੀਂ ਤੁਹਾਡੇ ਤੋਂ ਡਰਦੇ ਨਹੀਂ। ਚਾਹੇ ਤੁਸੀਂ ਕਤਲੇਆਮ ਕੀਤੇ, ਚਾਹੇ ਤੁਸੀਂ ਜਿਹੜਾ ਉਹ ਸ਼ਹਾਦਤਾਂ ਜਿਹੜੀਆਂ ਸਾਡੀਆਂ ਕੀਤੀਆਂ, ਚਾਹੇ ਬਾਹਰ ਆ ਕੇ ਬੋਲਣ ਵਾਲਿਆਂ ਨੂੰ ਤੁਸੀਂ ਕਤਲ ਕਰ ਰਹੇ ਹੋ, ਸ਼ਹੀਦ ਕਰ ਰਹੇ ਹੋ, ਡਰਾ ਰਹੇ ਹੋ, ਧਮਕਾ ਰਹੇ ਹੋ, ਪਰ ਫਿਰ ਵੀ ਅਸੀਂ ਡਰਦੇ ਨਹੀਂ। ਅਸੀਂ ਇਸੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਕੌਮੀ ਜਜ਼ਬੇ ਦੇ ਨਾਲ ਅੱਗੇ ਜਿਹੜਾ ਉਹ ਵਧਦੇ ਰਵਾਂਗੇ। ਬਾਕੀ ਇੱਕ ਵਾਰੀ ਨੰਬਰਸ ਸ਼ੇਅਰ ਕਰ ਦਿਓ, ਵੈਬਸਾਈਟ ਸ਼ੇਅਰ ਕਰ ਦਿਓ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਜ਼ਰੂਰ ਜੀ। ਨੰਬਰ ਹੈਗਾ 916 398 6705।
9163986705 ਵੈਬਸਾਈਟ ਹੈਗੀ ਆ www.jakara.org/1984 ਜੇ ਈਮੇਲ ਕਰਨੀ ਹੋਵੇ info@jakara.org ਕਰ ਸਕਦੇ ਆ sim@jakara.org ਜਾਂ mandeep@jakara.org ਜੇ ਹੋਰ ਕੋਈ ਸਵਾਲ ਹੋਵੇ ਤੁਹਾਡੇ ਲੋਕਲ ਗੁਰੂ ਘਰ ਉੱਥੇ ਜਾ ਕੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਲਿਸਟ ਬਣੀ ਹੋ ਵੈਬਸਾਈਟ ਤੇ ਕਿਹੜੇ ਕਿਹੜੇ ਗੁਰੂ ਘਰ ਰੁਕਣਾ ਆ ਤੇ ਜਾਂ ਪੰਜਾਬੀ ਰੇਡੀਓ ਯੂਐਸ ਨੂੰ ਕਾਲ ਕਰਕੇ ਪੁੱਛ ਲਿਓ ਤੁਸੀਂ ਸਾਡਾ ਨੰਬਰ ਫਾਰਵਰਡ ਕਰ ਦਿਓ ਜਿਹੜੀ ਵੀ ਸੰਗਤ ਕੋਈ ਵੀ ਸਵਾਲ ਹੋਵੇ ਬਟ ਮੇਨ ਚੀਜ਼ ਹੈ ਜੀ ਸਾਨੂੰ ਵੋਲੰਟੀਅਰਸ ਦੀ ਵੀ ਲੋੜ ਆ ਮਾਰਚਰਸ ਦੀ ਵੀ ਲੋੜ ਆ ਤੇ ਤੁਹਾਨੂੰ ਆਪਣੇ ਮਿੱਤਰਾਂ ਪਰਿਵਾਰਾਂ ਨੂੰ ਇਹ ਸਾਂਝੇ ਕਰਨ ਦੀ ਵੀ ਲੋੜ ਆ ਵੀ ਤੁਸੀਂ ਇੱਕ ਉਤਸ਼ਾਹ ਬਣਾਓ ਸਾਰੀ ਸੰਗਤ ਦੇ ਵਿੱਚ ਵੀ ਆਪਾਂ ਇੱਥੇ ਪਹੁੰਚਣਾ ਭਾਵੇਂ ਛੁੱਟੀ ਕਰਨੀ ਪਈ ਕੰਮ ਤੋਂ ਉਸ ਦਿਨ ਭਾਵੇਂ ਬੱਚਿਆਂ ਨੂੰ ਸਕੂਲੋਂ ਛੁੱਟੀ ਕਰਾਉਣੀ ਪਈ ਇਹ ਇੱਕ ਹਿਸਟੋਰਿਕ ਇਤਿਹਾਸਿਕ ਇਵੈਂਟ ਹੋਣਾ ਆ 40 ਸਾਲ ਮੁੜ ਕੇ ਨਹੀਂ ਆਉਣਾ ਇਹ ਇੱਕ ਵਾਰ ਹੀ ਆਉਣਾ ਤੇ ਇੱਕ ਵਾਰੀ ਹੀ ਇਹ ਮੌਕਾ ਸਾਨੂੰ ਹੁਣ ਮਿਲ ਰਿਹਾ ਆ ਇਹਦੇ ਵਿੱਚ ਆਪਣਾ ਹਿੱਸਾ ਪਾਉਣ ਲਈ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ ਵੀ ਮੈਂ 40 ਸਾਲ ਜਦੋਂ ਉਹ ਐਨੀਵਰਸਰੀ ਸੀਗੀ 1984 ਦੀ ਅਸੀਂ ਬਾਹਰੋਂ ਨਿਕਲੇ ਸੀਗੇ ਘਰੋਂ ਅਸੀਂ ਇਕੱਠੇ ਹੋ ਗਏ ਇੱਕ ਕਾਮੀ ਇੱਕ ਉਦਮ ਚੱਕਿਆ ਸੀ ਬਿਲਕੁਲ ਚਾਹੇ ਤੁਸੀਂ ਦੇਖੋ ਉਸ ਲੈਗ ਦੇ ਲਈ ਕਰੋ ਚਾਹੇ ਤੁਸੀਂ ਪੂਰੇ ਦੇ ਲਈ ਕਰੋ ਚਾਹੇ 2 ਦੇ ਲਈ ਕਰੋ ਚਾਹੇ 3 ਦੇ ਲਈ ਕਰੋ ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਸਪੋਰਟ ਕਰ ਸਕਦੇ ਆ ਇਸ ਦੇ ਵਿੱਚ ਸਾਥ ਦੇ ਸਕਦੇ ਆ ਸਾਥ ਦਿਓ ਇੰਨੀਆਂ ਗੱਲਾਂ ਦੇ ਨਾਲ ਹੁਣ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ